Model Test Paper for General Students, Session 2022 to 23, Class 5th English, total marks 80, time 3 hours. Section A. Read the passage and answer the following questions. ਇਹ ਨੀਚੇ ਸਾਨੂੰ ਜੋ ਹੈ ਇੱਕ ਪੈਸੇਜ ਗਿਵਨ ਹੈ, ਇਹਨੂੰ ਅਸੀਂ ਰੀਡ ਯਾਨੀ ਕਿ ਪੜ੍ਹਨਾ ਹੈ ਤੇ ਫਿਰ ਅਸੀਂ ਜੋ ਹੈ ਨੀਚੇ ਦਿੱਤੇ ਗਏ ਕੁਐਸਚਨਸ ਦੇ ਆਨਸਰ ਜੋ ਹੈ ਦੇਣੇ ਨੇ. Milkha Singh also won gold medal in Asian Games held in Tokyo, beating the Pakistani runner Abdul Khalik. He was invited by the President of Pakistan, but he did not want to go because of the bitter memories of partition. At last, Pandit Jawaharlal Nehru convinced him to go. देखो फर्स्ट जो लाइन है, मिल्खा सिंह आल्सो वोन गोल्ड मेडल इन एशियन गेम्स हेल्ड इन टोक्यो बीटिंग द पाकिस्तानी रनर अब्दुल खालिक. भी एशियन गेम्स जो कि ਟੋਕਿਓ ਜੋ ਹੈ ਜਾਪਾਨ ਦੇ ਵਿੱਚ ਹੈ ਤੇ ਜਾਪਾਨ ਦੇ ਵਿੱਚ ਟੋਕਿਓ ਸ਼ਹਿਰ ਦੇ ਵਿੱਚ ਏਸ਼ੀਅਨ ਗੇਮਸ ਹੋਏ ਸਨ ਤੇ ਮਿਲਖਾ ਸਿੰਘ ਨੇ ਜੋ ਹੈ ਉਹਨਾਂ ਗੇਮਸ ਦੇ ਵਿੱਚ ਏਸ਼ੀਅਨ ਗੇਮਸ ਦੇ ਵਿੱਚ 골ਡ ਮੈਡਲ ਜਿੱਤਿਆ ਸੀ ਤੇ ਉਸਨੇ ਹਰਾਇਆ ਸੀ ਪਾਕਿਸਤਾਨੀ ਰਨਰ ਹੁੰਦਾ ਜੀ ਜਿਹੜੇ ਦੌੜਦੇ ਹੈ ਤਾਂ ਪਾਕਿਸਤਾਨੀ ਜਿਹੜਾ ਰਨਰ ਸੀ ਉਹਦਾ ਨਾਮ ਸੀ ਅਬਦੁਲ ਖਾਲਿਕ. ਇਸ ਪਾਕਿਸਤਾਨੀ ਰਨਰ ਅਬਦੁਲ ਖਾਲਿਕ ਨੂੰ ਹਰਾ ਕੇ ਮਿਲਖਾ ਸਿੰਘ ਨੇ ਏਸ਼ੀਅਨ ਗੇਮਸ ਜੋ ਕਿ ਟੋਕਿਓ ਦੇ ਵਿੱਚ ਹੋਈਆਂ ਸੀ ਉਹਨਾਂ ਦੇ ਵਿੱਚ 골ਡ ਮੈਡਲ ਜਿੱਤਿਆ ਸੀ. ਹੀ ਵਾਸ ਇਨਵਾਈਟਡ ਬਾਈ ਦਾ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਤੇ ਜੋ ਮਿਲਖਾ ਸਿੰਘ ਹੈ ਉਸ ਨੂੰ ਇਨਵਾਈਟ ਕੀਤਾ ਗਿਆ ਜੋ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਤਰਫੋਂ, ਬਟ ਹੀ ਡਿਡ ਨੋਟ ਵਾਂਟ ਟੂ ਗੋ. ਪਰ ਜੋ ਮਿਲਖਾ ਸਿੰਘ ਹੈ ਉਹ ਨਹੀਂ ਜਾਣਾ ਚਾਹੁੰਦਾ ਸੀ ਬਿਕੋਜ਼ ਆਫ ਦਾ ਬਿਟਰ ਮੈਮਰੀਜ਼ ਆਫ ਪਾਰਟੀਸ਼ਨ. ਜੋ ਇਹ ਵਰਡ ਆਇਆ ਜੀ ਬਿਟਰ, ਇਹਦਾ ਮੀਨਿੰਗ ਹੁੰਦਾ ਜੀ ਕਾਫੀ ਮਤਲਬ ਜੋ ਹੈ ਇੱਕ ਤਰ੍ਹਾਂ ਦਾ ਵੈਸੇ ਕੜਵਾ ਹੁੰਦਾ ਵੈਸੇ ਬਿਟਰ ਦਾ ਮੀਨਿੰਗ ਤਾਂ, ਤੇ ਇੱਥੇ ਜੋ ਕੜਵਾ ਕਹਿ ਸਕਦੇ ਹਾਂ ਅਸੀਂ ਜੋ ਬਿਟਰ ਵਰਡ ਯੂਜ਼ ਹੋਇਆ ਹੈ ਵੀ ਮਿਲਖਾ ਸਿੰਘ ਦੇ ਅੰਦਰ ਪਾਰਟੀਸ਼ਨ ਯਾਨੀ ਕਿ ਜਦੋਂ ਭਾਰਤ ਆਜ਼ਾਦ ਹੁੰਦਾ ਹੈ 1947 ਦਾ ਜਦੋਂ ਜੋ ਪਾਰਟੀਸ਼ਨ ਹੁੰਦਾ ਹੈ ਪਾਕਿਸਤਾਨ ਤੇ ਭਾਰਤ ਦਾ ਉਸ ਵਕਤ ਦੀ ਕੁਝ ਕੜਵੀਆਂ ਯਾਦਾਂ ਯਾਨੀ ਕਿ ਕੁਝ ਭਿਆਨਕ ਯਾਦਾਂ ਜੋ ਹੈ ਮਿਲਖਾ ਸਿੰਘ ਦੇ ਦਿਮਾਗ ਦੇ ਵਿੱਚ ਸੀ ਕਿਉਂਕਿ ਉਹਦਾ ਜੋ ਪਰਿਵਾਰ ਹੈ ਉਹ ਜੋ ਹੈ ਵਿਛੜ ਗਿਆ ਸੀ, ਉਸ ਤੋਂ ਅਲੱਗ ਹੋ ਗਿਆ ਸੀ, ਅੱਡ ਹੋ ਗਿਆ ਸੀ ਇਸ ਪਾਰਟੀਸ਼ਨ ਦੇ ਦੌਰਾਨ ਤੇ ਉਸ ਦੀ ਇੱਕ ਕਹਿ ਸਕਦੇ ਹਾਂ ਕਿ ਭਿਆਨਕ ਯਾਦਾਂ ਜੋ ਹੈ ਉਸ ਦੇ ਦਿਮਾਗ ਦੇ ਵਿੱਚ ਯਾਨੀ ਕਿ ਮਿਲਖਾ ਸਿੰਘ ਦੇ ਦਿਮਾਗ ਦੇ ਵਿੱਚ ਸਨ ਤੇ ਤਾਂ ਕਰਕੇ ਉਹ ਜੋ ਹੈ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਸੀ. ਐਟ ਲਾਸਟ ਪੰਡਿਤ ਜਵਾਹਰ ਲਾਲ ਨਹਿਰੂ ਕਨਵਿੰਸਡ ਹਿਮ ਟੂ ਗੋ. ਦੇਖੋ ਕਨਵਿੰਸਡ ਦਾ ਮੀਨਿੰਗ ਹੁੰਦਾ ਹੈ ਜੀ ਭਰੋਸਾ ਦਿਵਾਉਣਾ, ਯਕੀਨ ਦਿਵਾਉਣਾ ਤੇ ਅੰਤ ਦੇ ਵਿੱਚ ਜੋ ਪੰਡਿਤ ਜਵਾਹਰ ਲਾਲ ਨਹਿਰੂ ਸਨ ਉਹਨਾਂ ਨੇ ਮਿਲਖਾ ਸਿੰਘ ਨੂੰ ਜੋ ਹੈ ਭਰੋਸਾ ਦਿਵਾਇਆ ਜਾਣ ਵਾਸਤੇ ਪਾਕਿਸਤਾਨ ਦੇ ਵਿੱਚ. ਤੇ ਹੁਣ ਅਸੀਂ ਜੋ ਹੈ ਕੁਐਸਚਨ ਆਨਸਰਸ ਕਰਨੇ ਹੈ ਜੀ. ਪਹਿਲਾ ਕੁਐਸਚਨ ਹੈ ਜੀ ਇਨ ਵਿਚ ਗੇਮਸ ਡਿਡ ਮਿਲਖਾ ਸਿੰਘ ਵਿਨ 골ਡ ਮੈਡਲ. ਉਹ ਕਿਹੜੀਆਂ ਖੇਡਾਂ ਸਨ ਜਿਨ੍ਹਾਂ ਦੇ ਵਿੱਚ ਮਿਲਖਾ ਸਿੰਘ ਜੋ ਹੈ 골ਡ ਮੈਡਲ ਜਿੱਤਦਾ ਹੈ. ਤਾਂ ਮਿਲਖਾ ਸਿੰਘ ਨੇ ਕਿਹੜੀਆਂ ਖੇਡਾਂ ਦੇ ਵਿੱਚ ਜਿੱਤਿਆ ਸੀ 골ਡ ਮੈਡਲ. ਅਸੀਂ ਫਰਸਟ ਲਾਈਨ ਦੇ ਵਿੱਚ ਪੜ੍ਹਿਆ ਹੈ ਮਿਲਖਾ ਸਿੰਘ ਆਲਸੋ ਵੋਨ 골ਡ ਮੈਡਲ ਇਨ ਏਸ਼ੀਅਨ ਗੇਮਸ. ਇਹ ਦੇਖੋ ਜ਼ਰਾ, ਹਾਂਜੀ ਇਹ ਅਸੀਂ ਪੜ੍ਹਿਆ ਸੀ ਕਿ ਮਿਲਖਾ ਸਿੰਘ ਨੇ ਜੋ ਹੈ 골ਡ ਮੈਡਲ ਜਿੱਤਿਆ ਹੈ ਏਸ਼ੀਅਨ ਗੇਮਸ ਦੇ ਵਿੱਚ. ਤਾਂ ਸਾਡਾ ਆਨਸਰ ਹੋਊਗਾ ਏਸ਼ੀਅਨ ਗੇਮਸ. ਇੱਥੇ ਨੈਸ਼ਨਲ ਗੇਮਸ ਵੀ ਗਿਵਨ ਹੈ, 올림픽 ਗੇਮਸ ਵੀ ਗਿਵਨ ਹੈ, ਵੀਡੀਓ ਗੇਮਸ ਵੀ ਗਿਵਨ ਹੈ. ਤਾਂ ਇਹ ਤਿੰਨੋਂ ਜੋ ਹੈ ਰੋਂਗ ਹੈ. ਨੈਸ਼ਨਲ ਗੇਮਸ, 올림픽 ਗੇਮਸ, ਵੀਡੀਓ ਗੇਮਸ ਇਹ ਤਿੰਨੋਂ ਰੋਂਗ ਹੈ. ਸਾਡਾ ਸਹੀ ਆਨਸਰ ਹੈ ਜੀ ਏਸ਼ੀਅਨ ਗੇਮਸ. ਹਾਂਜੀ ਸੈਕਿੰਡ ਹੈ ਜੀ ਹੂ ਇਨਵਾਈਟਡ ਮਿਲਖਾ ਸਿੰਘ. ਵੀ ਮਿਲਖਾ ਸਿੰਘ ਨੂੰ ਕਿੰਨੇ ਇਨਵਾਈਟ ਕੀਤਾ ਸੀ. ਤਾਂ ਹੁਣੇ ਅਸੀਂ ਪੜ੍ਹਿਆ ਵੀ ਜੋ ਪਾਕਿਸਤਾਨ ਦਾ ਜੋ ਪ੍ਰੈਜ਼ੀਡੈਂਟ ਸੀ ਉਸਨੇ ਮਿਲਖਾ ਸਿੰਘ ਨੂੰ ਇਨਵਾਈਟ ਕੀਤਾ ਸੀ. ਤਾਂ ਸਾਡਾ ਆਨਸਰ ਹੋਊਗਾ president of Pakistan invited the ਮਿਲਖਾ ਸਿੰਘ. ਵੀ ਮਿਲਖਾ ਸਿੰਘ ਨੂੰ ਪਾਕਿਸਤਾਨ ਆਉਣ ਦਾ ਸੱਦਾ ਜੋ ਹੈ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੇ ਦਿੱਤਾ ਸੀ. ਹਾਂਜੀ ਥਰਡ ਹੈ who convinced him to go to Pakistan. ਜਦੋਂ ਮਿਲਖਾ ਸਿੰਘ ਇਹ ਜੋ ਹੈ ਪਾਰਟੀਸ਼ਨ ਦੀ ਜਿਹੜੀ ਯਾਦਾਂ ਸੀ ਕੜਵੀਆਂ ਯਾਦਾਂ ਸੀ ਉਹਦੇ ਦਿਮਾਗ ਦੇ ਵਿੱਚ ਉਹਨਾਂ ਦੇ ਕਰਕੇ ਜਦੋਂ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਸੀ ਤਾਂ ਕਿਸਨੇ ਜੋ ਹੈ ਮਿਲਖਾ ਸਿੰਘ ਨੂੰ ਕਨਵਿੰਸ ਕੀਤਾ ਸੀ ਯਾਨੀ ਕਿ ਭਰੋਸਾ ਦਿਵਾਇਆ ਸੀ ਪਾਕਿਸਤਾਨ ਜਾਣ ਵਾਸਤੇ. ਤਾਂ ਕੌਣ ਸੀ ਉਹ? ਪੰਡਿਤ ਜਵਾਹਰ ਲਾਲ ਨਹਿਰੂ. ਤਾਂ ਸਾਡਾ ਆਨਸਰ ਹੋਊਗਾ ਪੰਡਿਤ ਜਵਾਹਰ ਲਾਲ ਨਹਿਰੂ. ਹਾਂਜੀ ਫੋਰਥ ਹੈ ਜੀ ਪਲੂਰਲ ਆਫ ਮੈਡਲ ਇਜ਼. ਦੇਖੋ ਇੱਥੇ ਜੋ ਹੈ ਪਲੂਰਲ ਇਹਨਾਂ ਨੇ ਸਾਨੂੰ ਕਿਹਾ ਹੈ. ਤਾਂ ਪਲੂਰਲ ਦਾ ਮੀਨਿੰਗ ਕੀ ਹੁੰਦਾ ਹੈ ਵੀ ਬਹੁਵਚਨ. ਤਾਂ ਵੀ ਇੱਕ ਤੋਂ ਜ਼ਿਆਦਾ, ਠੀਕ ਹੈ, ਜਿਹੜਾ ਮੈਡਲ ਹੈ ਉਹ ਇੱਕ ਹੋ ਗਿਆ ਵੀ ਇੱਕ ਮੈਡਲ ਹੈ. ਤੇ ਅਗਰ ਅਸੀਂ ਜਦੋਂ ਇੱਕ ਤੋਂ ਜ਼ਿਆਦਾ ਮੈਡਲ ਦੀ ਗੱਲ ਕਰਨੀ ਹੈ ਤਾਂ ਅਸੀਂ ਵਰਡ ਯੂਜ਼ ਕਰਦੇ ਹਾਂ ਮੈਡਲਸ.
ਤਾਂ ਜੋ ਮੈਡਲ ਦਾ ਜੋ ਪਲੂਰਲ ਹੈ ਉਹ ਹੈ ਮੈਡਲਸ। ਇੱਥੇ ਹੁਣ ਥੋੜੀ ਜਿਹੀ ਕਨਫਿਊਜ਼ਨ ਹੋ ਰਹੀ ਹੈ। ਕਨਫਿਊਜ਼ਨ ਦਾ ਕਾਰਨ ਕੀ ਹੈ ਇਹ ਤੁਸੀਂ ਦੇਖ ਸਕਦੇ ਹੋ। ਜਿਹੜਾ ਇਹ ਸੀ ਵਾਲਾ ਹੈ ਇਸ ਦੇ ਵਿੱਚ ਵੀ ਮੈਡਲਸ ਹੈ, ਤੇ ਜਿਹੜਾ ਏ ਵਾਲਾ ਹੈ ਇਸ ਦੇ ਵਿੱਚ ਵੀ ਜੋ ਹੈ ਮੈਡਲਸ ਹੈ, ਤੇ ਦੋਵਾਂ ਦੇ ਸਪੈਲਿੰਗਸ ਵੀ ਜੋ ਹੈ ਉਹ ਸੇਮ ਹਨ। ਠੀਕ ਹੈ, ਤਾਂ ਮੇਰੇ ਖਿਆਲ ਤੋਂ ਇਹ ਦੋਵੇਂ ਹੀ ਜੋ ਹੈ ਆਨਸਰ ਹੈਗੇ ਨੇ ਏ ਔਰ ਸੀ, ਕਿਉਂਕਿ ਜੋ ਪਲੂਰਲ ਹੈ ਜੋ ਬਹੁਵਚਨ ਹੈ ਮੈਡਲ ਦਾ, ਮੈਡਲ ਜੋ ਹੈ ਕੱਲਾ ਇੱਕ ਮੈਡਲ ਹੋ ਗਿਆ। ਤੇ ਅਗਰ ਅਸੀਂ ਇਸ ਨੂੰ ਪਲੂਰਲ ਫਾਰਮ ਦੇ ਵਿੱਚ ਯਾਨੀ ਕਿ ਬਹੁਵਚਨ ਫਾਰਮ ਦੇ ਵਿੱਚ ਲਿਖਣਾ ਹੈ, ਇੱਕ ਤੋਂ ਜ਼ਿਆਦਾ ਦੀ ਜਦੋਂ ਅਸੀਂ ਗੱਲ ਕਰਨੀ ਹੈ, ਤਾਂ ਅਸੀਂ ਮੈਡਲ ਦਾ ਜੋ ਪਲੂਰਲ ਹੈ ਉਹ ਅਸੀਂ ਲਿਖਾਂਗੇ ਮੈਡਲਸ। ਇੱਥੇ ਜੋ ਹੈ ਮੈਡਲਸ ਦੋ ਵਾਰੀ ਆ ਰਿਹਾ ਹੈ ਆਪਸ਼ਨ ਏ ਤੇ ਆਪਸ਼ਨ ਸੀ ਦੇ ਵਿੱਚ, ਤਾਂ ਸਾਡੇ ਫਿਰ ਇਹ ਜੋ ਹੈ ਦੋਵੇਂ ਹੀ ਆਪਸ਼ਨਸ ਸਹੀ ਨੇ। ਠੀਕ ਹੈ, ਆਪਸ਼ਨ ਏ ਵੀ ਸਹੀ ਹੈ ਤੇ ਆਪਸ਼ਨ ਸੀ ਵੀ ਸਹੀ ਹੈ। ਮੈਡਲਸ ਜੋ ਆਪਸ਼ਨ ਏ ਦੇ ਵਿੱਚ ਹੈ ਉਹ ਵੀ ਸਹੀ ਹੈ, ਮੈਡਲਸ ਜੋ ਆਪਸ਼ਨ ਸੀ ਦੇ ਵਿੱਚ ਹੈ ਉਹ ਵੀ ਸਹੀ ਹੈ। ਹਾਂਜੀ, क्वेश्चन नंबर 5 है, एट लास्ट पंडित जवाहरलाल नेहरू कन्विंस्ड हिम टू गो, हेयर हिम मीन्स। देखो इस क्वेश्चन ਦੇ ਵਿੱਚ ਇਹਨਾਂ ਨੇ ਸਾਨੂੰ ਇਹ ਕਿਹਾ ਹੈ ਵੀ क्वेश्चन ਇਹ ਹੈ एट लास्ट ਵੀ ਅਖੀਰ ਦੇ ਵਿੱਚ ਪੰਡਿਤ ਜਵਾਹਰਲਾਲ ਨਹਿਰੂ ਕਨਵਿੰਸਡ ਹਿਮ ਟੂ ਗੋ, ਵੀ ਪੰਡਿਤ ਜਵਾਹਰਲਾਲ ਨਹਿਰੂ ਨੇ ਜੋ ਹੈ ਉਸ ਨੂੰ ਸਮਝਾਇਆ ਜਾਂ ਯਕੀਨ ਦਿਵਾਇਆ, ਭਰੋਸਾ ਦਿਵਾਇਆ ਜਾਣ ਵਾਸਤੇ ਪਾਕਿਸਤਾਨ। ਤਾਂ ਇਹਨਾਂ ਦਾ ਕੁਐਸਚਨ ਹੈ ਵੀ ਜੋ ਇਹ ਹਿਮ ਵਰਡ ਹੈ, ਇਹ ਜਿਹੜਾ ਵਰਡ ਹੈ ਹਿਮ, ਠੀਕ ਹੈ, ਇੱਥੇ ਇਹਨਾਂ ਨੇ ਕਿਹਾ ਵੀ ਇਹ ਜਿਹੜਾ ਹਿਮ ਵਰਡ ਹੈ ਇਹ ਕਿਹਦੇ ਵਾਸਤੇ ਯੂਜ਼ ਹੋਇਆ ਹੈ। हेयर हिम मीन्स इन्होंने क्या है भी हिम जो वर्ड है HIM एक किदे वास्ते यूज होया है। तो सानू पता है भी जो पंडित जवाहरलाल नेहरू सन वो किस नू कन्विंस कर रहे सी, वो मिल्खा सिंह नू कन्विंस कर रहे सी, यानी कि उसनू भरोसा दिवा रहे सी। तो साडा आंसर होगा भी इत्थे जो हिम जो यूज होया है वो उदा मीनिंग है ये जो सी दे विच जिहड़ा ऑप्शन है मिल्खा सिंह। तो मिल्खा सिंह जो है सही आंसर है। हाँ जी, सैक्शन बी है हुण, सैक्शन ए साडा हो गया है। सैक्शन ए साडा जो है ये तुसी देख सकते हो 5 मल्टीप्लाइड बाय 2 इज इक्वल टू 10, यानी कि 10 नंबरां दा सी साडा जो सैक्शन ए सी। ठीक है, इस दे विच असी एक पैसेज नू रीड करके क्वेश्चंस दे आंसर्स देने सी, वो असी दे दिते हैं। ਤਾਂ ਸੈਕਸ਼ਨ ਏ ਦੇ ਨਾਲ ਸਾਡੇ 10 ਨੰਬਰ ਜੋ ਹੈ ਇੱਕ ਤਰ੍ਹਾਂ ਦੇ ਸਾਡੇ ਬਣ ਚੁੱਕੇ ਹੈ। ਅਸੀਂ ਇਹ ਮੋਡਲ ਟੈਸਟ ਪੇਪਰ ਕਰ ਰਹੇ ਹਾਂ ਵੀ ਇੱਕ ਤਰ੍ਹਾਂ ਦਾ ਨਮੂਨਾ ਹੁੰਦਾ ਹੈ ਵੀ ਇਦਾਂ ਦਾ ਜੋ ਹੈ ਤੁਹਾਡਾ ਜੋ ਫਾਈਨਲ ਪੇਪਰ ਜੋ ਹੈ ਇਸ ਫਾਰਮ ਦੇ ਵਿੱਚ ਆਣਾ ਹੈ। ਠੀਕ ਹੈ, ਇਹ ਫਾਈਨਲ ਪੇਪਰ ਨਹੀਂ ਹੈ ਤੁਹਾਡਾ, ਮੈਂ ਪਹਿਲਾਂ ਦੱਸਦਾ। ਇਹ ਜੋ ਹੈ ਸਿਰਫ ਇੱਕ ਬੱਚਿਆਂ ਨੂੰ ਇੱਕ ਹਿੰਟ ਦਿੱਤਾ ਜਾਂਦਾ ਹੈ ਵੀ ਤੁਹਾਡਾ ਫਾਈਨਲ ਜੋ ਐਗਜ਼ਾਮ ਆਣਾ ਹੈ ਉਹ ਇਦਾਂ ਦਾ ਆਣਾ ਹੈ ਵੀ ਤੁਸੀਂ ਆਪਣੀ ਪ੍ਰੀਪਰੇਸ਼ਨ जो है तुसी इस दे अकॉर्डिंग करनी है। ठीक है, ये तुहाडा फाइनल एग्जाम नहीं है, ये जो है सिर्फ एक नमूना है फाइनल एग्जाम का भी तुहाडा फाइनल एग्जाम इदा दा आ सकता है। हाँ जी, सैक्शन बी है, ये जो है साडा 6 मार्क्स का है। ये साढ़े कोल जो है 3 क्वेश्चंस ने, ते हर एक क्वेश्चन का जो है मतलब 2 नंबर ने, 2 मार्क्स का एक क्वेश्चन है। 3 मल्टीप्लाइड बाय 2 इक्वल टू 6। तो ये सानू जो है रीड करना है तो आंसर करना है। हाँ जी, तुसी देख सकते हो सिटी जू, जू की होंदा है चिड़ियाघर होंदा है। ठीक है, सिटी जू भी शहर का चिड़ियाघर हो गया। कम एंड इंजॉय, कम यानी कि आओ, इंजॉय यानी कि अपना मौज मस्ती करो। ठीक है, अपना इंजॉय करो। तो मतलब जो जानवर ने उन्होंने आपस दे विच मतलब जो खेडते पे ने जानवर जां जो भी वो कुछ कर रहे हैं उन्होंने देख के जो है तुसी इंजॉय करो। हाँ जी, ये जो शहर का जो चिड़ियाघर है यानी कि सिटी जू है, इसकी जो टाइमिंग है जरा ध्यान नाल इसमें जो है रीड करना। मंडे टू सैटरडे यानी कि सोमवार तो शनिचरवार यानी कि शनिवार तक। ठीक है, इसकी जो टाइमिंग है वो है 9 AM। AM का मीनिंग की होंदा है भी जो सवेर का टाइम है यानी कि सवेर के 9 बजे तो 8:30 PM है, यानी कि रात के जो 8:30 ने। ठीक है, सवेर के 9 बजे तो 9 AM तो रात के 8:30 तक ये जो सिटी जू है ये जो है ओपन रहता है। तो इस तो बाद ये क्लोज हो जाता है, तो संडे वाले दिन ये क्लोज रहता है यानी कि बंद रहता है। हाँ जी, तो चलो जी स्टार्ट करते हैं। क्वेश्चन नंबर 6 है, ऑन विच डे विल द जू रिमेन्स क्लोज्ड। तो सिंपल जा इहदा जो है आंसर है, देखो। हाँ जी, इन्होंने सानू क्या है क्वेश्चन नंबर 6 ਦੇ ਵਿੱਚ ऑन विच डे विल द जू रिमेन्स क्लोज्ड, भी किहड़े दिन जो है ये जो जू है जो चिड़ियाघर है वो बंद रहता है, क्लोज रहता है। तो सानू ये मैंशन किया गया है भी संडे वाले दिन। ठीक है, ये तुसी देख सकते हो भी सानू जो है इन्होंने लिख के जो है दस्या है भी संडे वाले दिन जो सिटी जो जू है वो जो है क्लोज्ड यानी कि बंद रहता है। तो साडा आंसर होगा संडे।
ਜੋ ਜ਼ੂ ਹੈ ਉਹ ਸੰਡੇ ਨੂੰ ਕਲੋਜ਼ਡ ਯਾਨੀ ਕਿ ਬੰਦ ਰਹਿੰਦਾ ਹੈ। ਹਾਂਜੀ, ਕੁਐਸਚਨ ਨੰਬਰ 7 ਹੈ ਐਟ ਵਟ ਟਾਈਮ ਵਿਲ ਦਾ ਜ਼ੂ ਓਪਨ ਔਨ ਥਰਸਡੇ। ਇਹਨਾਂ ਨੇ ਸਾਨੂੰ ਇਹ ਪੁੱਛਿਆ ਹੈ ਵੀ ਵੀਰਵਾਰ ਨੂੰ ਥਰਸਡੇ ਨੂੰ ਜੋ ਜ਼ੂ ਹੈ ਉਹ ਕਿਸ ਟਾਈਮ ਤੇ ਜੋ ਹੈ ਓਪਨ ਯਾਨੀ ਕਿ ਖੁੱਲਦਾ ਹੈ। ਠੀਕ ਹੈ, ਇਹਨਾਂ ਨੇ ਸਾਡੇ ਕੋਲ ਖੁੱਲਣ ਦੀ ਟਾਈਮਿੰਗ ਪੁੱਛੀ ਹੈ। ਇਸ ਗੱਲ ਨੂੰ ਜ਼ਰਾ ਧਿਆਨ ਨਾਲ ਨੋਟਿਸ ਕਰਨਾ, ਓਪਨ ਹੈ। ਠੀਕ ਹੈ, ਓਪਨ ਦਾ ਮੀਨਿੰਗ ਹੁੰਦਾ ਹੈ ਵੀ ਖੁੱਲਣ ਦਾ ਟਾਈਮਿੰਗ ਕੀ ਹੈ ਵੀਰਵਾਰ ਨੂੰ ਥਰਸਡੇ ਨੂੰ। ਤੇ ਦੇਖੋ ਇੱਥੇ ਸਾਨੂੰ ਜੋ ਟਾਈਮਿੰਗ ਗਿਵਨ ਸੀ ਮੰਡੇ ਟੂ ਸੈਟਰਡੇ ਤੇ ਸੋਮਵਾਰ ਤੋਂ ਸ਼ਨੀਵਾਰ ਤੱਕ ਜੋ ਟਾਈਮਿੰਗ ਸਾਨੂੰ ਗਿਵਨ ਸੀ ਉਸ ਦੇ ਵਿੱਚ ਸਾਨੂੰ ਕੀ ਗਿਵਨ ਸੀ 9 AM to 8:30 PM, ਯਾਨੀ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਜੋ ਸਿਟੀ ਜ਼ੂ ਹੈ ਉਹ ਸਵੇਰੇ 9 ਵਜੇ ਤੋਂ ਸ਼ਾਮ ਦੇ ਕਹਿ ਲਓ ਜਾਂ ਰਾਤ ਦੇ 8:30 ਵਜੇ ਤੱਕ ਜੋ ਹੈ ਉਹ ਖੁੱਲਾ ਰਹਿੰਦਾ ਹੈ। ਠੀਕ ਹੈ, ਤੇ 8:30 ਤੋਂ ਬਾਅਦ ਉਹ ਜੋ ਹੈ ਬੰਦ ਹੋ ਜਾਂਦਾ ਹੈ। ਤੇ ਖੁੱਲਦਾ ਕਿੰਨੇ ਵਜੇ ਹੈ ਸਾਨੂੰ ਓਪਨ ਦਾ ਦੇਖਣਾ ਹੈ, ਖੁੱਲਣ ਦਾ ਦੇਖਣਾ ਹੈ। ਠੀਕ ਹੈ, ਖੁੱਲਦਾ ਕਿੰਨੇ ਵਜੇ ਹੈ 9 AM। ਠੀਕ ਹੈ, 9 ਵਜੇ ਸਵੇਰੇ। ਤਾਂ ਮੰਡੇ ਟੂ ਸੈਟਰਡੇ ਸੋਮਵਾਰ ਤੋਂ ਸ਼ਨੀਵਾਰ ਦੇ ਵਿਚਕਾਰ ਹੀ ਥਰਸਡੇ ਆਊਗਾ। ਠੀਕ ਹੈ, ਤੇ ਥਰਸਡੇ ਦੇਖੋ ਇਹਨਾਂ ਨੇ ਸੋਮਵਾਰ ਤੋਂ ਸੈਟਰਡੇ ਯਾਨੀ ਕਿ ਸ਼ਨੀਵਾਰ ਤੱਕ ਸਾਨੂੰ ਟਾਈਮਿੰਗ ਦੇ ਰੱਖੀ ਹੈ। ਇਟ ਮੀਨਸ ਕਿ ਥਰਸਡੇ ਦੀ ਜੋ ਟਾਈਮਿੰਗ ਹੈ ਓਪਨ ਕਰਨ ਦੀ ਸਿਟੀ ਜ਼ੂ ਨੂੰ, ਠੀਕ ਹੈ, ਵੀ ਜ਼ੂ ਦੇ ਖੁੱਲਣ ਦੀ ਜੋ ਟਾਈਮਿੰਗ ਹੋਏਗੀ ਵੀਰਵਾਰ ਨੂੰ ਥਰਸਡੇ ਨੂੰ ਉਹ ਵੀ ਜੋ ਹੈ ਤੁਹਾਡੀ 9 AM ਹੀ ਹੋਊਗੀ। ਹਾਂਜੀ, ਤਾਂ ਤੁਹਾਡਾ ਆਨਸਰ ਹੋਗਾ 9 AM। ਇਹਨਾਂ ਨੇ ਸਾਡੇ ਕੋਲ ਕੁਐਸਚਨ ਪੁੱਛਿਆ ਸੀ ਐਟ ਵਟ ਟਾਈਮ ਵਿਲ ਦਾ ਜ਼ੂ ਓਪਨ ਔਨ ਥਰਸਡੇ, ਵੀ ਥਰਸਡੇ ਨੂੰ ਜੋ ਹੈ ਜ਼ੂ ਕਿਸ ਟਾਈਮ ਤੇ ਜੋ ਹੈ ਓਪਨ ਹੁੰਦਾ ਹੈ। ਤਾਂ ਅਸੀਂ ਆਨਸਰ ਲਿਖਾਂਗੇ 9 AM, ਵੀ 9 ਵਜੇ ਸਵੇਰੇ ਜੋ ਹੈ ਵੀਰਵਾਰ ਨੂੰ ਜ਼ੂ ਜੋ ਹੈ ਓਪਨ ਹੁੰਦਾ ਹੈ। ਹਾਂਜੀ, ਕੁਐਸਚਨ ਨੰਬਰ 8 ਹੈ ਫॉर ਹਾਊ ਮੈਨੀ ਡੇਜ਼ ਵਿਲ ਦਾ ਜ਼ੂ ਰਿਮੇਨ ਓਪਨ। ਜ਼ਰਾ ਧਿਆਨ ਨਾਲ ਇਸ ਕੁਐਸਚਨ ਨੂੰ ਸਮਝਣਾ। ਇਹਨਾਂ ਨੇ ਸਾਨੂੰ ਕਿਹਾ ਹੈ ਵੀ ਕਿੰਨੇ ਦਿਨਾਂ ਵਾਸਤੇ ਜੋ ਜ਼ੂ ਹੈ ਉਹ ਜੋ ਹੈ ਓਪਨ ਯਾਨੀ ਕਿ ਖੁੱਲਾ ਰਹਿੰਦਾ ਹੈ। ਤਾਂ ਦੇਖੋ ਸਾਨੂੰ ਕੀ ਦੱਸਿਆ ਹੈ ਫਿਗਰ ਦੇ ਵਿੱਚ ਮੰਡੇ ਟੂ ਸੈਟਰਡੇ, ਜੋ ਸੰਡੇ ਹੈ ਉਸ ਦਿਨ ਕਲੋਜ਼ਡ ਹੁੰਦਾ ਹੈ ਯਾਨੀ ਕਿ ਬੰਦ ਹੁੰਦਾ ਹੈ। ਤੇ 1 ਵੀਕ ਯਾਨੀ ਕਿ ਇੱਕ ਹਫਤੇ ਦੇ ਦੌਰਾਨ ਕਿੰਨੇ ਦਿਨ ਹੁੰਦੇ ਨੇ 7 ਦਿਨ ਹੁੰਦੇ ਨੇ, 7 ਡੇਜ਼ ਹੁੰਦੇ ਨੇ। 7 ਡੇਜ਼ ਦੇ ਵਿੱਚੋਂ ਸੰਡੇ ਨੂੰ ਕਲੋਜ਼ ਹੋ ਗਿਆ ਯਾਨੀ ਕਿ 6 ਡੇਜ਼ ਮੰਡੇ, ਟਿਊਜ਼ਡੇ, ਵੈਡਨਸਡੇ, ਇਸ ਨੂੰ ਕਿ ਆਪਾਂ ਵੈਨਸਡੇ ਵੀ ਕਹਿੰਦੇ ਹਾਂ, ਥਰਸਡੇ, ਫਰਾਈਡੇ, ਸੈਟਰਡੇ, ਯਾਨੀ ਕਿ 6 ਡੇਜ਼ ਜੋ ਹੈ ਜੋ ਜ਼ੂ ਹੈ ਉਹ ਜੋ ਹੈ ਓਪਨ ਰਹਿੰਦਾ ਹੈ। ਫॉर ਹਾਊ ਮੈਨੀ ਡੇਜ਼ ਵਿਲ ਦਾ ਜ਼ੂ ਰਿਮੇਨ ਓਪਨ, ਤਾਂ ਇਹਦਾ ਅਸੀਂ ਆਨਸਰ ਲਿਖਾਂਗੇ 6 ਡੇਜ਼, ਯਾਨੀ ਕਿ 6 ਦਿਨ ਜੋ ਹੈ ਜੋ ਜ਼ੂ ਹੈ ਉਹ ਓਪਨ ਯਾਨੀ ਕਿ ਖੁੱਲਾ ਰਹਿੰਦਾ ਹੈ। 6 ਜੋ ਹੈ ਯਾਨੀ ਕਿ ਜੋ ਆਪਸ਼ਨ ਡੀ ਹੈ ਉਹ ਇਹਦਾ ਰਾਈਟ ਆਨਸਰ ਹੈ। ਹਾਂਜੀ, ਆਨਸਰ ਦਾ ਫੋਲੋਇੰਗ ਕੁਐਸਚਨਸ। ਹੁਣ ਨੀਚੇ ਜੋ ਹੈ ਅਸੀਂ ਕੁਐਸਚਨ ਨੰਬਰ 9 ਤੋਂ ਕੁਐਸਚਨ ਨੰਬਰ 20 ਤੱਕ ਜੋ ਹੈ ਜੋ ਕੁਐਸਚਨਸ ਕਰਨੇ ਹੈ ਉਹ ਵੀ ਜੋ ਹੈ 2 ਮਾਰਕਸ ਦੇ ਹੈ। ਤੇ ਇਹ ਜੋ ਹੈ 12 ਯਾਨੀ ਕਿ 12 ਕੁਐਸਚਨਸ ਹੋਣਗੇ ਤੇ 12 ਦੂਣੀ ਯਾਨੀ ਕਿ 12 2s ਦਾ ਇਹ ਹੋ ਜਾਏਗਾ 24 ਯਾਨੀ ਕਿ 24 ਯਾਨੀ ਕਿ 24 ਨੰਬਰਾਂ ਦਾ ਹੁਣ ਅਸੀਂ ਜੋ ਹੈ ਜੋ ਐਗਜ਼ਾਮ ਹੈ ਉਹ ਅੱਗੇ ਅਸੀਂ ਅਟੈਂਪਟ ਕਰਨਾ ਹੈ। ਤਾਂ ਚਲੋ ਜੀ ਸਟਾਰਟ ਕਰਦੇ ਹਾਂ। Answer the following questions. Question number 9, choose the correct option. The stars are shining dash the sky. ਤੇ options ਸਾਡੇ ਕੋਲ ਹੈ at, on, in, for. ਦੇਖੋ ਪ੍ਰੈਪੋਜੀਸ਼ਨਸ ਅਸੀਂ ਕੀਤੀਆਂ ਸੀ, ਤਾਂ ਪ੍ਰੈਪੋਜੀਸ਼ਨ ਦੇ ਵਿੱਚ ਦੇਖੋ ਇੱਥੇ ਜੋ ਪ੍ਰੈਪੋਜੀਸ਼ਨ ਆਏਗੀ ਉਹ ਹੈ in. The stars are shining in the sky. ਜੋ ਸਟਾਰਸ ਨੇ ਯਾਨੀ ਕਿ ਜੋ ਤਾਰੇ ਨੇ, ਠੀਕ ਹੈ, ਉਹ ਜੋ ਹੈ ਸ਼ਾਈਨ ਹੁੰਦਾ ਹੈ ਚਮਕਣਾ, ਤੇ ਸਕਾਈ ਹੋ ਗਿਆ ਅਸਮਾਨ। ਠੀਕ ਹੈ, ਤੇ ਅਸਮਾਨ ਦੇ ਵਿੱਚ ਦੇਖੋ ਮੈਂ ਵਰਡ ਯੂਜ਼ ਕਰ ਰਿਹਾ ਵਿੱਚ। ਠੀਕ ਹੈ, ਤਾਂ ਇੱਥੇ ਜੋ ਵਿੱਚ ਹੈ ਨਾ ਉਸ ਨੂੰ ਜੋ ਆਪਸ਼ਨ ਸੀ ਤੇ ਇਨ ਹੈ ਉਹ ਰਿਪਰੈਜ਼ੈਂਟ ਕਰਦਾ ਹੈ। ਠੀਕ ਹੈ, ਜੋ ਇਹ ਐਟ ਹੁੰਦਾ ਹੈ ਉਸ ਦਾ ਮੀਨਿੰਗ ਹੁੰਦਾ ਹੈ ਵੀ ਕਿਸੇ ਚੀਜ਼ ਦੇ ਉੱਪਰ ਜਾਂ ਕਿਸੇ ਚੀਜ਼, ਇਸ ਨੂੰ ਆਪਾਂ ਪਰ ਵੀ ਕਹਿੰਦੇ ਹਾਂ, ਉੱਪਰ ਵੀ ਕਹਿੰਦੇ ਹਾਂ। ਓਨ ਹੁੰਦਾ ਹੈ ਵੀ ਇਹ ਵੀ ਜੋ ਹੈ ਕਿਸੇ ਚੀਜ਼ ਦੇ ਉੱਪਰ ਹੋ ਗਿਆ ਜਾਂ ਪਰ ਹੋ ਗਿਆ। ਫੋਰ ਹੁੰਦਾ ਹੈ ਵੀ ਕਿਸੇ ਚੀਜ਼ ਦੇ ਵਾਸਤੇ। ਠੀਕ ਹੈ, ਤੇ ਅਸੀਂ ਇੱਥੇ ਵਿੱਚ ਯਾਨੀ ਕਿ ਮੈਂ ਇੱਥੇ WHICH ਵਾਲਾ ਵਿੱਚ ਨਹੀਂ ਕਹਿ ਰਿਹਾ, ਮੈਂ ਇੱਥੇ ਪੰਜਾਬੀ ਵਾਲਾ ਵਿੱਚ ਕਹਿ ਰਿਹਾ ਹਾਂ। ਮੈਂ ਲਿਖ ਕੇ ਦਿਖਾ ਦਿੰਦਾ, ਇਹ ਵਾਲਾ ਮੈਂ ਵਿੱਚ ਕਹਿ ਰਿਹਾ ਤੁਹਾਨੂੰ। ਠੀਕ ਹੈ, ਹਾਂਜੀ, ਤਾਂ ਜੋ ਸਟਾਰਸ ਨੇ ਯਾਨੀ ਕਿ ਜੋ ਤਾਰੇ ਨੇ ਉਹ ਜੋ ਹੈ ਅਸਮਾਨ ਦੇ ਵਿੱਚ ਯਾਨੀ ਕਿ ਸਕਾਈ ਦੇ ਵਿੱਚ ਚਮਕ ਰਹੇ ਨੇ। ਠੀਕ ਹੈ, ਅਸਮਾਨ ਦੇ ਵਿੱਚ। ਤਾਂ ਵਿੱਚ ਵਾਸਤੇ ਅਸੀਂ ਵਰਡ ਯੂਜ਼ ਕਰਦੇ ਹਾਂ ਇਨ। ਠੀਕ ਹੈ, ਵਰਡ ਮਤਲਬ ਕਿ ਪ੍ਰੈਪੋਜੀਸ਼ਨ ਅਸੀਂ ਯੂਜ਼ ਕਰਦੇ ਹਾਂ। ਇਨ ਕੀ ਹੈ? ਪ੍ਰੈਪੋਜੀਸ਼ਨ ਹੈ। ਠੀਕ ਹੈ, ਤਾਂ ਇਸ ਨੂੰ ਪੰਜਾਬੀ ਦੇ ਵਿੱਚ, ਪੰਜਾਬੀ ਗ੍ਰਾਮਰ ਦੇ ਵਿੱਚ ਅਸੀਂ ਸੰਬੰਧ ਸੂਚਕ ਦੇ ਤੌਰ ਤੇ ਵੀ ਅਸੀਂ ਜੋ ਹੈ ਪੜ੍ਹਦੇ ਹੁੰਦੇ ਹਾਂ। ਸੰਬੰਧ ਸੂਚਕ ਕਹਿ ਲਓ ਜਾਂ ਪ੍ਰੈਪੋਜੀਸ਼ਨ ਕਹਿ ਲਓ ਇੰਗਲਿਸ਼ ਦੇ ਵਿੱਚ, ਇੰਗਲਿਸ਼ ਗ੍ਰਾਮਰ ਦੇ ਵਿੱਚ। ਤਾਂ ਇੱਥੇ ਜੋ ਹੈ ਇਨ ਜੋ ਹੈ ਤੁਹਾਡਾ ਰਾਈਟ ਆਨਸਰ ਹੈ। ਦ ਸਟਾਰਸ ਆਰ ਸ਼ਾਈਨਿੰਗ ਇਨ ਦ ਸਕਾਈ। ਜੋ ਐਗਜ਼ੈਕਟ ਪ੍ਰੈਪੋਜੀਸ਼ਨ ਹੈ ਉਹ ਹੈ ਇਨ, ਤੇ ਇਨ ਦਾ ਮੀਨਿੰਗ ਕੀ ਹੁੰਦਾ ਹੈ? ਵਿੱਚ। ਠੀਕ ਹੈ, ਪੰਜਾਬੀ ਦੇ ਵਿੱਚ ਅਸੀਂ ਇਨ ਨੂੰ ਵਿੱਚ ਕਹਿੰਦੇ ਹਾਂ। ਅਸਮਾਨ ਦੇ ਵਿੱਚ ਜੋ ਸਟਾਰਸ ਨੇ, ਤਾਰੇ ਨੇ, ਉਹ ਜੋ ਹੈ ਚਮਕ ਰਹੇ ਨੇ। ਹਾਂਜੀ, ਕੁਐਸਚਨ ਨੰਬਰ 10 ਹੈ ਚੂਜ਼ ਦਾ ਕਰੈਕਟ ਆਪਸ਼ਨ। ਦਾ ਆਪੋਜ਼ਿਟ ਆਫ ਹੋਲ ਇਜ਼ ਡੈਸ਼।
ਦੇਖੋ ਜੋ ਇੱਥੇ ਵਰਡ ਯੂਜ਼ ਹੋਇਆ ਹੈ ਹੋਲ, WHOLE, ਹੋਲ, ਇਹਦਾ ਮੀਨਿੰਗ ਹੁੰਦਾ ਹੈ ਸੰਪੂਰਨ। ਸੰਪੂਰਨ ਕਹਿ ਲਓ ਜਾਂ ਫਿਰ ਅਗਰ ਮੈਂ ਸਿੰਪਲ ਜੀ ਭਾਸ਼ਾ 'ਚ ਕਹਾਂ ਇਸ ਨੂੰ ਅਸੀਂ ਪੂਰਾ ਵੀ ਕਹਿ ਸਕਦੇ ਹਾਂ ਵੀ ਅਗਰ ਕੋਈ ਚੀਜ਼ ਪੂਰੀ ਹੈ, ਠੀਕ ਹੈ, ਉਸ ਨੂੰ ਅਸੀਂ ਹੋਲ ਕਹਿੰਦੇ ਹਾਂ। ਕੋਈ ਚੀਜ਼ ਸੰਪੂਰਨ ਹੈ ਵੀ ਉਸ ਦੇ ਵਿੱਚ ਕੋਈ ਵੀ ਚੀਜ਼ ਦੀ ਕਮੀ ਨਹੀਂ ਹੈ, ਤਾਂ ਉਸ ਵਾਸਤੇ ਅਸੀਂ ਵਰਡ ਯੂਜ਼ ਕਰਦੇ ਹਾਂ ਹੋਲ। ਹੋਲ ਮੀਨਸ ਵੀ ਕੰਪਲੀਟ ਹੋ ਗਿਆ। ਇਹਨਾਂ ਨੇ ਸਾਨੂੰ ਕੀ ਕਿਹਾ ਹੈ? ਓਪੋजिट। ਜ਼ਰਾ ਧਿਆਨ ਨਾਲ ਦੇਖਣਾ, ਇਹਨਾਂ ਨੇ ਸਾਨੂੰ ਕਿਹਾ ਹੈ ਓਪੋजिट। ਓਪੋजिट ਕੀ ਹੁੰਦਾ ਹੈ ਵੀ ਅਸੀਂ ਉਸਦਾ ਉਲਟ ਦੱਸਣਾ ਹੈ, ਵੀ ਬਿਲਕੁਲ ਹੀ ਜੋ ਉਸਦੇ ਉਲਟ ਹੋਵੇ। ਜਿਹੜਾ ਇਹ ਵਰਡ ਹੈ ਕੰਪਲੀਟ ਤੇ ਜਿਹੜਾ ਇਹ ਵਰਡ ਹੈ 올, 올 ਦਾ ਮੀਨਿੰਗ ਕੀ ਹੁੰਦਾ ਹੈ ਜਾਂ ਆਲ ਦਾ ਮੀਨਿੰਗ ਕੀ ਹੁੰਦਾ ਹੈ? ਸਾਰੇ। ਕੰਪਲੀਟ ਦਾ ਮੀਨਿੰਗ ਵੀ ਕੀ ਹੁੰਦਾ ਹੈ ਵੀ ਇਸ ਦੇ ਵਿੱਚ ਕੰਪਲੀਟ ਹੋ ਗਿਆ ਹੈ, ਯਾਨੀ ਕਿ ਸੰਪੂਰਨ ਹੋ ਗਿਆ ਹੈ ਜਾਂ ਪੂਰਾ ਹੋ ਗਿਆ ਹੈ। ਤਾਂ ਜੋ ਕੰਪਲੀਟ ਹੈ ਔਰ ਜੋ 올 ਹੈ ਇਹ ਤਾਂ ਹੋਲ ਦੇ ਇੱਕ ਤਰ੍ਹਾਂ ਇਹ ਕਹਿ ਸਕਦੇ ਹਾਂ ਵੀ ਇਹ ਤਾਂ ਹੋਲ ਦਾ ਦੂਜਾ ਮੀਨਿੰਗ ਹੈ, ਠੀਕ ਹੈ, ਓਪੋजिट ਨਹੀਂ ਹੈ। ਓਪੋजिट ਹੁੰਦਾ ਹੈ ਉਲਟਾ ਮੀਨਿੰਗ, ਵੀ ਹੋਲ ਦਾ ਅਸੀਂ ਉਲਟਾ ਮੀਨਿੰਗ ਜੋ ਹੈ ਦੱਸਣਾ ਹੈ, ਠੀਕ ਹੈ। ਤਾਂ ਕੰਪਲੀਟ ਔਰ 올 ਇਹ ਤਾਂ ਹੋਲ ਨੂੰ ਹੀ ਜੋ ਹੈ ਰਿਪਰੈਜ਼ੈਂਟ ਕਰਦੇ ਹੈ, ਤਾਂ ਇਹ ਤਾਂ ਹੋ ਹੀ ਨਹੀਂ ਸਕਦੇ, ਠੀਕ ਹੈ। ਹੁਣ ਸਾਡੇ ਕੋਲ ਦੋ ਹੀ ਆਪਸ਼ਨਸ ਰਹਿ ਗਏ ਹੈ, ਇੱਕ ਤਾਂ HOLE ਹੋਲ ਹੈ ਤੇ ਇੱਕ ਸਾਡੇ ਕੋਲ ਜੋ ਹੈ PART ਹੈ। ਇਹ ਜਿਹੜਾ HOLE ਹੈ ਨਾ, ਇਸ ਨੂੰ ਤੁਸੀਂ ਇਦਾਂ ਸਮਝ ਲਓ ਵੀ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਆ ਵੀ ਮੋਰੀ ਵੀ ਕਹਿ ਸਕਦੇ ਹਾਂ ਜਾਂ ਛੇਦ ਵੀ ਕਹਿ ਸਕਦੇ ਹਾਂ, ਠੀਕ ਹੈ। ਵੀ ਕਿਸੇ ਜਗ੍ਹਾ ਤੇ ਅਗਰ ਕੋਈ ਛੇਦ ਹੈ, ਠੀਕ ਹੈ, ਉਸ ਨੂੰ ਅਸੀਂ ਹੋਲ ਕਹਿੰਦੇ ਹਾਂ, ਠੀਕ ਹੈ। ਛੇਦ ਕਹਿ ਲਓ, ਛਿਦਰ ਕਹਿ ਲਓ ਜਾਂ ਮੋਰੀ ਕਹਿ ਲਓ, ਠੀਕ ਹੈ। ਤਾਂ ਇਹ ਜੋ HOLE ਹੈ ਇਹ ਜੋ ਹੈ ਛੇਦ ਵਾਸਤੇ ਜਾਂ ਮੋਰੀ ਵਾਸਤੇ ਜੋ ਹੈ ਅਸੀਂ ਇਹ ਵਰਡ ਯੂਜ਼ ਕਰਦੇ ਹਾਂ HOLE। ਹਾਂਜੀ, ਹੁਣ ਇਹ ਜਿਹੜਾ ਵਰਡ ਹੈ ਪਾਰਟ, ਠੀਕ ਹੈ, ਇਹ ਪਾਰਟ ਦਾ ਮੀਨਿੰਗ ਹੁੰਦਾ ਹੈ ਕਿਸੇ ਚੀਜ਼ ਦਾ ਟੁਕੜਾ ਕਹਿ ਲਓ ਜਾਂ ਕਿਸੇ ਚੀਜ਼ ਦਾ ਭਾਗ ਕਹਿ ਲਓ। ਦੇਖੋ ਮੈਂ ਨਾ ਤੁਹਾਨੂੰ ਸਮਝਾਉਣਾ, ਜਿਵੇਂ ਇਹ ਸਰਕਲ ਹੈ, ਠੀਕ ਹੈ, ਇਹ ਇੱਕ ਗੋਲਾ ਹੈ ਤੇ ਇਸ ਗੋਲੇ ਦਾ ਅਗਰ ਮੈਂ ਇਹ ਇਤਨਾ ਜਿਹਾ ਪਾਰਟ ਲੈ ਰਿਹਾ ਹਾਂ, ਇੱਕ ਮਿੰਟ ਦੇਖੋ, मान लो कि ये जो है गोला है तो हाले तक इस टाइम मैं इसमें कहूँगा भी ये जो है होल है, यानी कि होल यानी कि ये जो है पूरा सर्कल है, ठीक है। ये होल का मीनिंग होता है पूरा या फिर संपूर्ण, ठीक है। तो इस टाइम ये जो गोला है वो जो है होल है, मीन्स कि पूरा है ਤੇ ਸੰਪੂਰਨ ਹੈ। ਅਗਰ ਮੈਂ ਇਸ ਦਾ ਸਿਰਫ ਇਤਨਾ ਜਿਹਾ ਜੋ ਹੈ ਭਾਗ ਲੈ ਰਿਹਾ ਹਾਂ, ਟੁਕੜਾ ਲੈ ਰਿਹਾ ਹਾਂ, ਤਾਂ ਇਹ ਜੋ ਹੈ ਨਾ, ਇਹ ਜੋ ਟੁਕੜਾ ਹੈ ਇਹ ਸੰਪੂਰਨ ਨਹੀਂ ਹੈ। ਇਹ ਜੋ ਹੈ ਮਤਲਬ ਸੰਪੂਰਨ ਮੀਨਸ ਕਿ ਮਤਲਬ ਇਹ ਪੂਰਾ ਨਹੀਂ ਹੈ। ਤਾਂ ਸਾਨੂੰ ਜੋ ਹੈ ਓਪੋजिट ਦੱਸਣਾ ਸੀ ਹੋਲ ਦਾ। ਹੋਲ ਦਾ ਓਪੋजिट ਹੋਏਗਾ ਇੱਥੇ ਪਾਰਟ। ਜੋ ਇਹ ਸੀ ਦੇ ਉੱਪਰ ਆਪਸ਼ਨ ਹੈ ਨਾ ਪਾਰਟ, ਇਹ ਤੁਹਾਡਾ ਸਹੀ ਆਨਸਰ ਹੈ। ਪਾਰਟ ਹੁੰਦਾ ਹੈ ਵੀ ਇੱਕ ਟੁਕੜਾ, ਠੀਕ ਹੈ। ਟੁਕੜਾ ਹੈ मतलब कि वो पूरा नहीं है, ਤੇ ਹੋਲ ਜੋ ਹੈ ਉਹ ਪੂਰਾ ਹੈ। ਤੇ आई होप कि ਤੁਹਾਨੂੰ ਸਮਝ ਆ ਗਿਆ ਹੋਣਾ ਹੈ ਵੀ ਹੋਲ ਦਾ ਜੋ ਓਪੋजिट ਹੈ ਉਹ ਪਾਰਟ ਹੈ, ਕਿਉਂਕਿ ਹੋਲ ਦਰਸਾਉਂਦਾ ਹੈ ਕਿਸੇ ਚੀਜ਼ ਦੇ ਪੂਰੇ ਹੋਣ ਨੂੰ, ਤੇ ਜੋ ਪਾਰਟ ਹੈ ਉਹ ਕਿਸੇ ਚੀਜ਼ ਦੇ ਅਨਕੰਪਲੀਟ ਯਾਨੀ ਕਿ ਸਿਰਫ ਉਸ ਚੀਜ਼ ਦਾ ਟੁਕੜਾ ਹੈ। जो पार्ट है वो सिर्फ उस चीज़ का टुकड़ा है, पूरा नहीं है। पूरा जो है वो होल है, WHOLE। इत्थे तुहाडा आंसर है जी जो सी दे विच ऑप्शन है पार्ट, ठीक है। द ऑपोजिट ऑफ WHOLE होल इज पार्ट। हाँ जी, क्वेश्चन नंबर 11 है चूज द नेम फॉर बेबी ऑफ ए काओ हिडन इन द ग्रिड। देखो सानू ना नीचे एक ग्रिड यानी कि टेबल जो दिता होया है तो ये सानू देखो इन्होंने क्या है फॉर बेबी ऑफ ए काओ, जो गां हुंदी है उसका जो बच्चा हुंदा है, जिवें असीं उसनूं बछड़ा भी कह दिंदे हां, ठीक है। तो उसकी सानू इंग्लिश दसनी है, ठीक है, भी जो गां का जो बच्चा है उसनूं की किया जाता है। तो ये जो ग्रिड सानू दित्ती हुई है ना, इस दे विचों असीं ढूंढना है। देखो इस दे विच ना ये जो वर्ड आ रहा है CALF, ठीक है, इसनूं असीं काल्फ भी कहने आ ते काफ भी कहने आ। ये जो है गां दे बच्चे वास्ते इंग्लिश दे विच जो है वर्ड यूज़ किया जाता है। इत्थे इन्होंने सानू किया सी चूज द नेम फॉर बेबी ऑफ ए काओ हिडन इन द ग्रिड। हिडन मीनस कि इस टेबल दे विच या फिर इस ग्रिड दे विच, ग्रिड इसी नूं कहंदे हां, जो ये टेबल तुहाडे सामने है जो है मतलब काओ दे फॉर बेबी दा, काओ यानी कि गां दे बच्चे दा जो नाम है इस ग्रिड यानी कि टेबल दे विच छुपिया होया है, ते असी जो है उसनूं ढूंढना है यानी कि फाइंड आउट करना है। जो एग्जैक्ट आंसर है वो है CALF, ठीक है। इसनूं असीं काफ भी कहने हाँ। तो जो गां का जो बच्चा हुंदा है जिसनूं कि असीं बछड़ा भी कहने हाँ, ठीक है, तो उहदे वास्ते वर्ड यूज होंदा है काफ, CALF। तो साडा सही आंसर है जी ऑप्शन सी काफ। इत्थे तुसीं देख सकते हो CALF, ठीक है, काल्फ कह लो या काफ कह दो क्योंकि एल जो है कई बार साइलेंट होता है। हाँ जी, तो इसका जो एग्जैक्ट आंसर है ऑप्शन सी काल्फ या काफ। क्वेश्चन नंबर 12 है चूज द ओड वन आउट। ਜਿਹੜਾ ਇਹ ਓਡ ਵਨ ਆਊਟ ਹੁੰਦਾ ਹੈ ਵੀ ਸਾਨੂੰ ਨਾ ਨੀਚੇ ਜਿਹੜੇ ਆਪਸ਼ਨਸ ਦਿੱਤੇ ਗਏ ਹੈ ਇਹਨਾਂ ਦੇ ਵਿੱਚੋਂ ਕੋਈ ਇੱਕ ਵਰਡ ਇਦਾਂ ਦਾ ਹੈ ਜੋ ਬਾਕੀ ਵਰਡਸ ਤੋਂ ਅਲੱਗ ਹੈ ਜਾਂ ਅੱਡ ਹੈ, ਠੀਕ ਹੈ। ਤਾਂ ਇਹਦਾ ਸਿੰਪਲ ਜਿਹਾ ਆਨਸਰ ਹੈ, ਦੇਖੋ ਜੋ ਇਹ ਰੇਨੀ ਹੈ ਇਹ ਨਾ ਇੱਕ ਸੀਜ਼ਨ ਹੁੰਦਾ ਹੈ। ਰੇਨੀ ਮੀਨਸ ਕਿ ਇੱਕ ਇਦਾਂ ਦਾ ਸੀਜ਼ਨ ਜਿਸ ਦੇ ਵਿੱਚ ਮੀਂਹ ਪੈਂਦਾ ਹੈ, ਠੀਕ ਹੈ।
ਇਹ ਅਗਲਾ ਹੈ ਔਟਮਨ, ਠੀਕ ਹੈ। ਔਟਮਨ ਅਸੀਂ ਇਹ ਵੀ ਜੋ ਹੈ ਇੱਕ ਸੀਜ਼ਨ ਹੈ ਜਿਹਦੇ ਵਿੱਚ ਜੋ ਹੈ ਵ੍ਰਿਖਾਂ ਦੇ ਯਾਨੀ ਕਿ ਪੇੜਾਂ ਦੇ ਜੋ ਹੈ ਪੱਤੇ ਜੋ ਹੈ ਉਹ ਝੜਦੇ ਹੁੰਦੇ हैं, ठीक है। ਸਮਰ ਜੋ ਹੈ ਯਾਨੀ ਕਿ ਗਰਮੀ, ਠੀਕ ਹੈ, ਇਹ ਵੀ ਜੋ ਇੱਕ ਸੀਜ਼ਨ ਹੁੰਦਾ ਹੈ। ਤਾਂ ਇਹ ਜੋ ਏ ਵਾਲਾ ਆਪਸ਼ਨ ਹੈ, ਬੀ ਵਾਲਾ ਆਪਸ਼ਨ ਹੈ ਤੇ ਡੀ ਵਾਲਾ ਆਪਸ਼ਨ ਹੈ, ਇਹ ਤਿੰਨੋਂ ਜੋ ਹੈ ਸੀਜ਼ਨ ਨੂੰ ਯਾਨੀ ਕਿ ਜੋ ਮੌਸਮ ਦਾ ਜੋ ਇੱਕ ਸੀਜ਼ਨ ਹੁੰਦਾ ਹੈ ਉਸ ਨੂੰ ਜੋ ਹੈ ਰਿਪਰੈਜ਼ੈਂਟ ਕਰ ਰਹੇ ਹੈ। ਰੇਨੀ ਵੀ ਜੋ ਹੈ ਸੀਜ਼ਨ ਹੁੰਦਾ ਹੈ ਜਿਹਦੇ ਵਿੱਚ ਮੀਂਹ ਪੈਂਦਾ ਹੈ, ਔਟਮਨ ਜਿਹਦੇ ਵਿੱਚ ਪੱਤੇ ਝੜਦੇ ਹੈ, ਸਮਰ ਜਿਹਦੇ ਵਿੱਚ ਗਰਮੀ ਜੋ ਹੈ ਪੈਂਦੀ ਹੈ। ਤਾਂ ਰੇਨੀ ਸੀਜ਼ਨ, ਔਟਮਨ ਸੀਜ਼ਨ, ਸਮਰ ਸੀਜ਼ਨ। ਪਰ ਜਿਹੜਾ ਇਹ ਕੋਲਡ ਹੈ ਨਾ, ਇਹ ਕੋਲਡ ਦੇਖੋ ਇਹ ਸੀਜ਼ਨ ਨਹੀਂ ਹੈ। ਤੁਸੀਂ ਕਹੋਗੇ ਵੀ ਸਰ ਇਸ 'ਚ ਠੰਡ ਪੈਂਦੀ ਹੈ, ਨਹੀਂ, ਉਹਦੇ ਵਾਸਤੇ ਅਸੀਂ ਵਰਡ ਯੂਜ਼ ਕਰਦੇ ਹਾਂ ਵਿੰਟਰ। ਤੁਹਾਨੂੰ ਯਾਦ ਹੋਏਗਾ ਅਸੀਂ ਵਰਡ ਯੂਜ਼ ਕਰਦੇ ਹਾਂ ਵਿੰਟਰ ਸੀਜ਼ਨ, ਅਸੀਂ ਕੋਲਡ ਸੀਜ਼ਨ ਵਰਡ ਨਹੀਂ ਯੂਜ਼ ਕਰਦੇ, ਠੀਕ ਹੈ। ਤਾਂ ਇਹ ਜੋ ਕੋਲਡ ਵਰਡ ਹੈ ਨਾ, ਇਹ ਬਾਕੀ ਵਰਡਸ ਤੋਂ ਡਿਫਰੈਂਟ ਹੈ ਕਿਉਂਕਿ ਬਾਕੀ ਵਰਡਸ ਸੀਜ਼ਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਜੋ ਰੇਨੀ ਹੈ ਉਹ ਸੀਜ਼ਨ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਠੀਕ ਹੈ। ਜੋ ਔਟਮਨ ਹੈ ਉਹ ਵੀ ਸੀਜ਼ਨ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਜੋ ਸਮਰ ਹੈ ਉਹ ਵੀ ਸੀਜ਼ਨ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਪਰ ਜਿਹੜਾ ਇਹ ਕੋਲਡ ਹੈ ਉਹ ਸੀਜ਼ਨ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ ਕਿਉਂਕਿ ਸੀਜ਼ਨ ਹੁੰਦਾ ਹੈ ਵਿੰਟਰ, ਜੋ ਸਰਦੀਆਂ ਦਾ ਜੋ ਮੌਸਮ ਹੁੰਦਾ ਹੈ ਉਸ ਵਾਸਤੇ ਅਸੀਂ ਵਰਡ ਯੂਜ਼ ਕਰਦੇ ਹਾਂ ਵਿੰਟਰ ਸੀਜ਼ਨ, ਠੀਕ ਹੈ। ਸਾਡਾ ਸਹੀ ਆਨਸਰ ਹੋਊਗਾ, ਸਾਨੂੰ ਜੋ ਹੈ ਕਰਨਾ ਕੀ ਸੀ, ਦੇਖੋ ਚੂਜ਼ ਦਾ ਓਡ ਵਨ ਆਊਟ। ਇਹ ਜੋ ਓਡ ਵਨ ਆਊਟ ਹੈ ਨਾ, ਮਤਲਬ ਕਿ ਜੋ ਨੀਚੇ ਸਾਨੂੰ ਇਹ 4 ਆਪਸ਼ਨ ਦਿੱਤੇ ਗਏ ਨੇ, ਇਹਨਾਂ ਦੇ ਵਿੱਚੋਂ ਜਿਹੜਾ ਅੱਡ ਆਪਸ਼ਨ ਹੈ, ਜਿਹੜਾ ਅਲੱਗ ਹੀ ਨਜ਼ਰ ਆ ਰਿਹਾ ਹੈ, ਤਾਂ ਉਹ ਵਾਲਾ ਆਨਸਰ ਕਿਹੜਾ ਹੈ, ਕੋਲਡ। ਇਹ ਜੋ ਹੈ ਬਾਕੀਆਂ ਤੋਂ ਅਲੱਗ ਹੈ ਕਿਉਂਕਿ ਬਾਕੀ ਸੀਜ਼ਨਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਤਾਂ ਸਾਡਾ ਸਹੀ ਆਨਸਰ ਹੋਊਗਾ ਕੋਲਡ ਯਾਨੀ ਕਿ COLD, ਆਪਸ਼ਨ ਸੀ। क्वेश्चन नंबर 13 है जी, चूज द वर्ड वेयर ਲੈਟਰ L इज नॉट ਸਾਇਲੈਂਟ। ਸਾਇਲੈਂਟ ਦਾ ਮੀਨਿੰਗ ਕੀ ਹੈ ਵੀ ਜਦੋਂ ਅਸੀਂ ਕਿਸੇ ਵਰਡ ਨੂੰ ਬੋਲਾਂਗੇ ਤਾਂ ਬੋਲਦੇ ਟਾਈਮ ਜੋ L ਹੈ ਉਹ ਜੋ ਹੈ ਸਾਇਲੈਂਟ ਮੀਨਸ ਕਿ ਉਹਦਾ ਜੋ ਸਾਊਂਡ ਹੈ ਉਹ ਜੋ ਹੈ ਸੁਣਾਈ ਦੇਵੇ, ਠੀਕ ਹੈ। ਦੇਖੋ ਜਿਹੜਾ ਇਹ ਵਰਡ ਹੈ ਨਾ ਪਹਿਲਾ, ਜਿਵੇਂ ਸਾਡੇ ਕੋਲ ਜੋ ਆਪਸ਼ਨ A ਹੈ, ਇਸ ਨੂੰ ਅਸੀਂ ਜਦੋਂ ਮਤਲਬ ਬੋਲਣਾ ਹੈ ਤਾਂ ਅਸੀਂ ਬੋਲਦੇ ਹੋਏ ਕਿ ਕਿਵੇਂ ਬੋਲਦੇ ਹਾਂ, ਵੈਸੇ ਤਾਂ ਇਸ ਦੇ ਵਿੱਚ ਜੋ ਸਪੈਲਿੰਗਸ ਦੇ ਵਿੱਚ ਜੋ L ਹੈ ਉਹ ਆ ਰਿਹਾ ਹੈ PALM, ਠੀਕ ਹੈ। ਇਸ ਨੂੰ ਕੁਝ ਬੱਚੇ ਕਹਿਣਗੇ ਇਹ ਹੈ ਪਾਲਮ, ਨਹੀਂ, ਇਸ ਨੂੰ ਪਾਲਮ ਨਹੀਂ ਕਿਹਾ ਜਾਂਦਾ ਹੈ, ਇਸ ਨੂੰ ਕਿਹਾ ਜਾਂਦਾ ਹੈ ਪਾਮ, ਠੀਕ ਹੈ। ਹਥੇਲੀ ਜਿਹੜੀ ਹੁੰਦੀ ਹੈ ਉਸ ਵਾਸਤੇ ਇਹ ਵਰਡ ਯੂਜ਼ ਹੁੰਦਾ ਹੈ ਪਾਮ। ਅਗਲਾ ਜੋ ਹੈ ਇਸ ਨੂੰ ਤੁਸੀਂ ਹਾਲਫ ਨਹੀਂ ਜੋ ਹੈ ਬੋਲਣਾ, ਇਹਨੂੰ ਬੋਲਿਆ ਜਾਂਦਾ ਹੈ ਹਾਫ। ਜੋ L ਹੈ ਉਹ ਜੋ ਹੈ ਬੋਲਿਆ ਨਹੀਂ ਜਾਂਦਾ, ਉਹ L ਜੋ ਹੈ ਉਹ ਸਾਇਲੈਂਟ ਹੈ। ਤੇ ਇਹ ਜੋ ਪਹਿਲੇ ਵਾਲਾ ਆਪਸ਼ਨ ਹੈ ਇਹਦੇ ਵਿੱਚ ਵੀ L ਜੋ ਹੈ ਉਹ ਸਾਇਲੈਂਟ ਹੈ, ਵੀ ਜਦੋਂ ਅਸੀਂ ਬੋਲਾਂਗੇ ਇਸ ਨੂੰ ਤਾਂ ਅਸੀਂ ਬੋਲਾਂਗੇ ਪਾਮ। ਅਗਲੇ ਵਾਲਾ ਜੋ ਹੈ ਉਸ ਦੇ ਵਿੱਚ ਅਸੀਂ ਬੋਲਾਂਗੇ ਹਾਫ, ਜੋ L ਹੈ ਉਹ ਸਾਇਲੈਂਟ ਹੈ, L ਦਾ ਜੋ ਸਾਊਂਡ ਹੈ ਉਹ ਅਸੀਂ ਨਹੀਂ ਬੋਲਦੇ ਹੁੰਦੇ, ਠੀਕ ਹੈ। ਤੇ ਇਦਾਂ ਹੀ ਜੋ ਇਹ ਹੈ ਵਾਕ, ਇਹਦੇ ਵਿੱਚ ਜੋ L ਹੈ ਉਹ ਸਾਇਲੈਂਟ ਹੈ, L ਜੋ ਹੈ ਉਹ ਸੁਣਾਈ ਨਹੀਂ ਦਿੰਦਾ, L ਨੂੰ ਅਸੀਂ ਬੋਲਣਾ ਨਹੀਂ ਹੁੰਦਾ ਹੈ, ਠੀਕ ਹੈ। ਤਾਂ ਜੋ D ਵਾਲਾ ਆਪਸ਼ਨ ਹੈ ਕਲਾਈਂਬ, ਠੀਕ ਹੈ, ਇਹਦੇ ਵਿੱਚ L ਜੋ ਹੈ ਉਹ ਸਾਊਂਡ ਆ ਰਿਹਾ ਹੈ। ਤਾਂ ਜੋ ਇਹ D ਵਾਲਾ ਆਪਸ਼ਨ ਹੈ ਕਲਾਈਂਬ, ਇਸ ਦੇ ਵਿੱਚ L ਸਾਇਲੈਂਟ ਨਹੀਂ ਹੈ। ਇਹਨਾਂ ਨੇ ਸਾਨੂੰ ਕੁਐਸਚਨ ਨੰਬਰ 13 ਦੇ ਵਿੱਚ ਇਹੀ ਕਿਹਾ ਸੀ, ਚੂਜ਼ ਦਾ ਵਰਡ ਵੇਅਰ ਲੈਟਰ L ਇਜ਼ ਨੋਟ ਸਾਇਲੈਂਟ, ਵੀ ਜਿਸ ਦੇ ਵਿੱਚ ਜੋ ਅਸੀਂ ਇਦਾਂ ਦਾ ਵਰਡ ਚੁਣਨਾ ਹੈ ਇਹਨਾਂ ਚਾਰਾਂ ਦੇ ਵਿੱਚੋਂ ਜਿਸ ਵਰਡ ਦੇ ਵਿੱਚ ਜੋ L ਲੈਟਰ ਹੈ ਉਹ ਜੋ ਹੈ ਸਾਇਲੈਂਟ, ਯਾਨੀ ਕਿ ਜਦੋਂ ਅਸੀਂ ਬੋਲਾਂਗੇ ਤਾਂ L ਜੋ ਹੈ ਸੁਣਾਈ ਦੇਵੇ। ਜਿਹੜਾ ਫਰਸਟ ਆਪਸ਼ਨ ਹੈ ਪਾਮ, ਇਸ ਦੇ ਵਿੱਚ L ਨਹੀਂ ਸੁਣਾਈ ਦੇ ਰਿਹਾ ਹੈ। ਸੈਕਿੰਡ ਆਪਸ਼ਨ ਹਾਫ, ਇਹਦੇ ਵਿੱਚ L ਨਹੀਂ ਸੁਣਾਈ ਦੇ ਰਿਹਾ ਹੈ। ਥਰਡ ਆਪਸ਼ਨ ਵਾਕ, ਇਸ ਦੇ ਵਿੱਚ L ਨਹੀਂ ਸੁਣਾਈ ਦੇ ਰਿਹਾ ਹੈ। ਜੋ ਲਾਸਟ D ਆਪਸ਼ਨ ਹੈ ਕਲਾਈਂਬ, ਇਸ ਦੇ ਵਿੱਚ L ਜੋ ਹੈ ਉਹ ਸੁਣਾਈ ਦੇ ਰਿਹਾ ਹੈ, ਯਾਨੀ ਕਿ L ਨੂੰ ਅਸੀਂ ਬੋਲ ਰਹੇ ਹਾਂ, L ਸਾਇਲੈਂਟ ਨਹੀਂ ਹੈ। ਤਾਂ ਸਾਡਾ ਜੋ ਆਨਸਰ ਹੋਊਗਾ ਉਹ ਹੋਊਗਾ D ਵਾਲਾ ਆਪਸ਼ਨ ਕਲਾਈਂਬ। ਸਾਡਾ ਆਨਸਰ ਹੈ ਜੀ ਕਲਾਈਂਬ, ਠੀਕ ਹੈ, D ਵਾਲਾ ਆਪਸ਼ਨ ਹੈ ਕਲਾਈਂਬ। ਕੁਐਸਚਨ ਨੰਬਰ 14 ਹੈ, ਚੂਜ਼ ਦਾ ਕਰੈਕਟ ਸਪੈਲਿੰਗਸ। ਜਿਵੇਂ ਸਾਡੇ ਕੋਲ ਜੋ ਹੈ ਪਹਿਲਾਂ ਇੱਕ ਕੁਐਸਚਨ ਆਇਆ ਸੀ ਜਿਸ ਦੇ ਵਿੱਚ ਅਸੀਂ ਮੈਡਲ ਦਾ ਜੋ ਹੈ ਪਲੂਰਲ ਦੱਸਣਾ ਸੀ। ਉਹਦੇ ਵਿੱਚ ਸਾਡੇ ਕੋਲ ਜੋ ਹੈ 2 ਆਨਸਰਸ ਸਹੀ ਸੀ, ਮੈਡਲਸ ਤੇ ਮੈਡਲਸ ਕਰਕੇ ਜੋ ਹੈ 2 ਵਾਰੀ ਵਰਡਸ ਰਿਪੀਟ ਹੋਇਆ ਸੀ। ਸੇਮ ਇਸ ਕੁਐਸਚਨ ਦੇ ਵਿੱਚ ਵੀ ਹੈ, ਇਹਨਾਂ ਨੇ ਸਾਨੂੰ ਕਿਹਾ ਹੈ ਵੀ ਅਸੀਂ ਕਰੈਕਟ ਸਪੈਲਿੰਗਸ ਨੂੰ ਜੋ ਹੈ ਚੂਜ਼ ਕਰਨਾ ਹੈ, ਵੀ ਜਿਹੜੇ ਸਪੈਲਿੰਗਸ ਕਰੈਕਟ ਨੇ ਉਸ ਨੂੰ ਜੋ ਹੈ ਅਸੀਂ ਚੂਜ਼ ਕਰਨਾ ਹੈ। ਇੱਥੇ ਵਰਡ ਹੈ ਰਿਮੈਂਬਰ, ਤੇ ਤੁਸੀਂ ਦੇਖ ਸਕਦੇ ਹੋ ਕਿ ਆਪਸ਼ਨ A ਤੇ ਆਪਸ਼ਨ D, ਆਪਸ਼ਨ A ਅਤੇ ਆਪਸ਼ਨ D ਦੇ ਵਿੱਚ ਜੋ ਰਿਮੈਂਬਰ ਹੈ ਇਹਨਾਂ ਦੇ ਜੋ ਸਪੈਲਿੰਗਸ ਹੈ ਇੱਕ ਤਾਂ ਇਹ ਕਰੈਕਟ ਹੈ ਤੇ ਦੋਵਾਂ ਦੇ ਵਿੱਚ ਹੀ ਸੇਮ ਸਪੈਲਿੰਗਸ ਹੈ। ਰਿਮੈਂਬਰ ਹੁੰਦਾ ਹੈ ਯਾਦ ਰੱਖਣਾ, ਠੀਕ ਹੈ, ਵੀ ਕਿਸੇ ਚੀਜ਼ ਨੂੰ ਯਾਦ ਕਰਨਾ ਜਾਂ ਫਿਰ ਯਾਦ ਰੱਖਣਾ, ਠੀਕ ਹੈ। ਯਾਦ ਕਹਿ ਲਓ ਜਾਂ ਫਿਰ ਚੇਤੇ ਰੱਖਣਾ ਜਾਂ ਫਿਰ ਚੇਤੇ ਕਰਨਾ ਜਾਂ ਫਿਰ
ठीक है, याद करना, ठीक है। हाँ जी, रिमेंबर ਤਾਂ ਆਪਸ਼ਨ ਏ ਦੇ ਵਿੱਚ ਵੀ ਇਸ ਦੇ ਜੋ ਸਪੈਲਿੰਗਸ ਹੈ ਉਹ ਹੈ REMEMBER, ਆਪਸ਼ਨ ਡੀ ਦੇ ਵਿੱਚ ਵੀ ਇਹਦੇ ਸਪੈਲਿੰਗਸ ਹੈ REMEMBER। ਤਾਂ ਦੋਵਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਜੋ ਸਪੈਲਿੰਗਸ ਹੈ ਉਹ ਤਾਂ ਸੇਮ ਹੈ। ਤਾਂ ਇਸ ਦੇ ਵਿੱਚ ਵੀ ਜੋ ਹੈ ਦੇਖੋ ਜੋ ਆਪਸ਼ਨ ਬੀ ਹੈ ਇਸ ਦੇ ਵਿੱਚ ਜੋ ਸਪੈਲਿੰਗਸ ਦਿੱਤੇ ਹੋਏ ਹੈ ਉਹ ਗਲਤ ਹੈ, ਇੱਦਾਂ ਹੀ ਆਪਸ਼ਨ ਸੀ ਵਾਲੇ ਸਪੈਲਿੰਗਸ ਵੀ ਗਲਤ ਹੈ ਤੇ ਆਪਸ਼ਨ ਏ ਵੀ ਸਹੀ ਹੈ ਤੇ ਆਪਸ਼ਨ ਡੀ ਵੀ ਸਹੀ ਹੈ। ਦੋਵਾਂ ਦੇ ਵਿੱਚ ਜੋ ਸਪੈਲਿੰਗਸ ਯੂਜ਼ ਹੋਏ ਹੈ ਉਹ ਸਹੀ ਹੈ, REMEMBER। ਦੇਖ ਸਕਦੇ ਹੋ ਤੁਸੀਂ ਆਪਸ਼ਨ ਏ ਅਤੇ ਆਪਸ਼ਨ ਡੀ ਦੋਵਾਂ ਦੇ ਵਿੱਚ ਜੋ ਸਪੈਲਿੰਗਸ ਯੂਜ਼ ਹੋਏ ਹੈ ਉਹ ਸੇਮ ਹੈ, REMEMBER। क्वेश्चन नंबर 15 है चूज इनकरेक्ट स्टेटमेंट। ਇਹਦੇ ਵਿੱਚ ਆਪਸ਼ਨ ਏ ਹੈ ਹੀ ਵਾਸ ਗੋਇੰਗ ਵਿਦ ਹਿਜ਼ ਫਾਦਰ, ਆਪਸ਼ਨ ਬੀ ਹੈ ਦੇ ਵਰ ਪਲੇਇੰਗ ਕ੍ਰਿਕਟ, ਆਪਸ਼ਨ ਸੀ ਹੈ ਵੀ ਵਰ ਵੈਰੀ ਬਿਜ਼ੀ, ਆਪਸ਼ਨ ਡੀ ਹੈ ਆਈ ਵਰ ਰੀਡਿੰਗ ਨਿਊਜ਼ਪੇਪਰ। ਇਹਨਾਂ ਨੇ ਸਾਨੂੰ ਕਿਹਾ ਸੀ ਚੂਜ਼ ਇਨਕਰੈਕਟ ਸਟੇਟਮੈਂਟ, ਵੀ ਉਹ ਸਟੇਟਮੈਂਟ ਚੂਜ਼ ਕਰੋ ਜਿਹੜੀ ਕਿ ਇਨਕਰੈਕਟ ਹੈ ਯਾਨੀ ਕਿ ਗਲਤ ਹੈ। ਤਾਂ ਇਹਦੇ ਵਿੱਚ ਦੇਖੋ ਇੱਥੇ ਆਈ ਦੇ ਨਾਲ ਵਰ ਆ ਰਿਹਾ ਹੈ, ਆਈ ਦੇ ਨਾਲ ਕਦੀ ਵੀ ਵਰ ਨਹੀਂ ਆਉਂਦਾ ਹੁੰਦਾ, ਠੀਕ ਹੈ। ਆਈ ਦੇ ਨਾਲ ਜੋ ਹੈ ਜਿਵੇਂ ਐਮ ਹੋ ਗਿਆ AM, ਠੀਕ ਹੈ, I am, ठीक है, I am रीडिंग न्यूज़पेपर हो गया, या I have, ठीक है। फिर हैव आएगा तो फिर थर्ड फॉर्म आएगी, इत्थे रीडिंग नहीं आ सकता। ਤਾਂ ਇੱਥੇ ਜੋ ਹੈ ਬਸ ਤੁਸੀਂ ਇਹ ਨੋਟ ਕਰਨਾ ਹੈ, ਦੇਖੋ ਹੀ ਦੇ ਨਾਲ ਵਾਜ਼ ਹੈ ਉਹ ਸਹੀ ਹੈ, ਦੇ ਨਾਲ ਵਰ ਹੈ ਉਹ ਵੀ ਸਹੀ ਹੈ, ਵੀ ਦੇ ਨਾਲ ਵਰ ਹੈ ਉਹ ਵੀ ਆ ਸਕਦਾ ਹੈ, ਸਹੀ ਹੈ। ਆਈ ਦੇ ਨਾਲ ਵਰ ਨਹੀਂ ਆਉਂਦਾ ਹੁੰਦਾ, ਠੀਕ ਹੈ। ਆਈ ਦੇ ਨਾਲ ਵਾਜ਼, ਆਈ ਵਾਜ਼ ਹੋ ਸਕਦਾ ਹੈ, ਠੀਕ ਹੈ। ਇੱਥੇ ਵਾਜ਼ ਅਗਰ ਆਉਂਦਾ ਤਾਂ ਠੀਕ ਸੀ, ਆਈ ਵਾਜ਼ ਰੀਡਿੰਗ ਨਿਊਜ਼ਪੇਪਰ, ਵੀ ਮੈਂ ਜੋ ਨਿਊਜ਼ਪੇਪਰ ਹੈ ਉਹ ਪੜ੍ਹਦਾ ਪਿਆ ਸੀ, ਠੀਕ ਹੈ। ਆਈ ਦੇ ਨਾਲ ਵਰ ਨਹੀਂ ਆਉਂਦਾ ਹੁੰਦਾ। ਤੇ ਸਾਡਾ ਕੁਐਸਚਨ ਕੀ ਸੀ, ਚੂਜ਼ ਇਨਕਰੈਕਟ ਸਟੇਟਮੈਂਟ, ਵੀ ਸਾਨੂੰ ਜੋ ਹੈ ਇਨਕਰੈਕਟ ਯਾਨੀ ਕਿ ਗਲਤ ਜੋ ਸਟੇਟਮੈਂਟ ਹੈ ਉਸ ਨੂੰ ਜੋ ਹੈ ਚੂਜ਼ ਕਰਨਾ ਹੈ। ਤਾਂ ਜਿਹੜੀ ਆਪਸ਼ਨ ਏ ਬੀ ਔਰ ਸੀ ਨੇ ਉਹ ਤਾਂ ਸਹੀ ਨੇ, ਠੀਕ ਹੈ। ਜਿਹੜਾ ਆਪਸ਼ਨ ਡੀ ਹੈ ਉਹੀ ਜੋ ਹੈ ਇਨਕਰੈਕਟ ਸਟੇਟਮੈਂਟ ਹੈ ਕਿਉਂਕਿ ਆਈ ਦੇ ਨਾਲ ਵਰ ਨਹੀਂ ਆਉਂਦਾ ਹੁੰਦਾ, ਠੀਕ ਹੈ। ਤਾਂ ਆਪਸ਼ਨ ਡੀ ਜੋ ਹੈ ਸਾਡਾ ਆਨਸਰ ਹੋਏਗਾ। ਸਾਨੂੰ ਇਨਕਰੈਕਟ ਸਟੇਟਮੈਂਟ ਜੋ ਹੈ ਚੂਜ਼ ਕਰਨੀ ਸੀ, ਤਾਂ ਸਾਡਾ ਆਨਸਰ ਹੈ ਆਪਸ਼ਨ ਡੀ, ਆਈ ਵਰ ਰੀਡਿੰਗ ਨਿਊਜ਼ਪੇਪਰ। ਇਹ ਜੋ ਹੈ ਇਨਕਰੈਕਟ ਸਟੇਟਮੈਂਟ ਹੈ ਕਿਉਂਕਿ ਆਈ ਦੇ ਨਾਲ ਵਰ ਨਹੀਂ ਆਉਂਦਾ ਹੁੰਦਾ। ਆਈ ਦੇ ਨਾਲ ਵਾਸ ਆ ਸਕਦਾ ਹੈ, ਆਈ ਦੇ ਨਾਲ AM ਯਾਨੀ ਕਿ M ਆ ਸਕਦਾ ਹੈ, ਆਈ ਦੇ ਨਾਲ ਹੈਵ ਆ ਸਕਦਾ ਹੈ, HAVE, ਪਰ ਆਈ ਦੇ ਨਾਲ ਕਦੀ ਵੀ ਵਰ ਨਹੀਂ ਆਉਂਦਾ ਹੁੰਦਾ। ਕੁਐਸਚਨ ਨੰਬਰ 16 ਹੈ ਚੂਜ਼ ਦਾ ਇਨਕਰੈਕਟ ਆਪਸ਼ਨ ਫॉर ਨਾउन। ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਮਤਲਬ ਜੋ ਹੈ ਜ਼ਰੂਰੀ ਹੈ ਵੀ ਨਾउन ਹੁੰਦਾ ਕੀ ਹੈ, ਠੀਕ ਹੈ। ਇਹਨਾਂ ਨੇ ਸਾਨੂੰ ਕਿਹਾ ਹੈ ਵੀ ਜਿਹੜਾ ਨਾउन ਹੈ ਉਹਦੇ ਵਾਸਤੇ ਜੋ ਗਲਤ ਆਪਸ਼ਨ ਹੈ, ਵੀ ਜਿਹੜਾ ਨਾउन ਨਹੀਂ ਹੈ, ਠੀਕ ਹੈ, ਉਹ ਸਾਨੂੰ ਚੂਜ਼ ਕਰਨਾ ਹੈ। ਤਾਂ ਸਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵੀ ਨਾउन ਕੀ ਹੁੰਦਾ ਹੈ। ਤਾਂ ਨਾउन ਅਸੀਂ ਕਿਸੇ ਇੱਦਾਂ ਦੇ ਵਰਡ ਵਾਸਤੇ ਜੋ ਹੈ ਯੂਜ਼ ਕਰਦੇ ਹਾਂ ਜੋ ਵਰਡ ਕਿਸੇ ਮਤਲਬ ਪਰਸਨ ਨੂੰ ਯਾਨੀ ਕਿ ਵਿਅਕਤੀ ਨੂੰ, ਕਿਸੇ ਥਾਂ ਨੂੰ ਯਾਨੀ ਕਿ ਪਲੇਸ ਨੂੰ, ਤੇ ਕਿਸੇ ਚੀਜ਼ ਨੂੰ ਯਾਨੀ ਕਿ ਕਿਸੇ ਥਿੰਗ ਨੂੰ, ਠੀਕ ਹੈ, ਜਾਂ ਫਿਰ ਕਿਸੇ ਐਨੀਮਲ ਨੂੰ ਜੋ ਹੈ ਦੱਸ ਰਿਹਾ ਹੋਏ। ਨਾउन ਅਸੀਂ ਜੋ ਵਰਡ ਯੂਜ਼ ਕਰਦੇ ਹਾਂ ਉਹ ਕਿਸੇ ਵਿਅਕਤੀ ਨੂੰ, ਠੀਕ ਹੈ, ਪਰਸਨ ਨੂੰ, ਕਿਸੇ ਥਾਂ ਯਾਨੀ ਕਿ ਪਲੇਸ ਨੂੰ, ਤੇ ਕਿਸੇ ਐਨੀਮਲ ਨੂੰ ਯਾਨੀ ਕਿ ਪਸ਼ੂ ਨੂੰ, ਜਾਂ ਫਿਰ ਕਿਸੇ ਚੀਜ਼ ਨੂੰ ਯਾਨੀ ਕਿ ਥਿੰਗ ਨੂੰ ਦਰਸਾਉਣ ਵਾਸਤੇ ਅਸੀਂ ਵਰਡ ਯੂਜ਼ ਕਰਦੇ ਹਾਂ ਨਾउन। ਇੱਥੇ ਜੋ ਵਿਲੇਜ ਹੈ ਉਹ ਜੋ ਹੈ ਕਿਸੇ ਪਲੇਸ ਨੂੰ ਯਾਨੀ ਕਿ ਕਿਸੇ ਥਾਂ ਨੂੰ ਜੋ ਹੈ ਦਰਸਾ ਰਿਹਾ ਹੈ, ਤਾਂ ਵਿਲੇਜ ਤਾਂ ਨਾउन ਹੈ। जो प्लेयर है, प्लेयर देखो ये जो है किसी पर्सन वास्ते यानी कि किसी व्यक्ति वास्ते यूज होता है, ठीक है। ये भी जो है नाउन है। जो ये डी वाला ऑप्शन है पोंड, पोंड होंदा है तालाब, तो ये भी जो है एक तरह का किसी जगह नूं, किसी थां नूं, किसी प्लेस नूं दर्शा रहा है। तो ये जो पोंड है वो भी जो है नाउन है। पर जो ये हैप्पी जो वर्ड है HAPPY हैप्पी, ये जो है खुश होना, ठीक है, या फिर खुश, ठीक है। तो मतलब अगर कोई बंदा खुश है या खुश हो रहा है उस वास्ते ਅਸੀਂ वर्ड यूज़ करते हैं हैप्पी। तो ये ना एडजेक्टिव है, ये नाउन नहीं है, ये एडजेक्टिव है। तो साडा जो आंसर है वो यही है हैप्पी, क्योंकि उन्होंने सानू किया सी चूज द इनकरैक्ट ऑप्शन फॉर नाउन, भी सानू जो है इनकरैक्ट भी ਜਿਹੜੇ ਨੀਚੇ 4 ਆਪਸ਼ਨ ਦਿੱਤੇ ਗਏ ਨੇ ਇਹਨਾਂ ਚਾਰਾਂ ਆਪਸ਼ਨਸ ਦੇ ਵਿੱਚੋਂ ਜਿਹੜਾ ਗਲਤ ਹੈ, ਜਿਹੜਾ ਗਲਤ ਆਪਸ਼ਨ ਹੈ ਯਾਨੀ ਕਿ ਜੋ ਨਾउन ਨੂੰ ਨਹੀਂ ਦਰਸਾ ਰਿਹਾ ਹੈ ਸਾਨੂੰ ਉਸ ਨੂੰ ਜੋ ਹੈ ਚੂਜ਼ ਕਰਨਾ ਸੀ। ਤਾਂ ਵਿਲੇਜ ਨਾउन ਨੂੰ ਦਰਸਾ ਰਿਹਾ ਹੈ, ਜੋ ਪਲੇਅਰ ਹੈ ਉਹ ਵੀ ਨਾउन ਨੂੰ ਦਰਸਾ ਰਿਹਾ ਹੈ, ਜੋ ਪੌਂਡ ਹੈ ਉਹ ਵੀ ਜੋ ਹੈ ਨਾउन ਨੂੰ ਦਰਸਾ ਰਿਹਾ ਹੈ, ਜੋ ਹੈਪੀ ਹੈ ਉਹਦਾ ਮੀਨਿੰਗ ਹੁੰਦਾ ਹੈ ਖੁਸ਼ ਹੋਣਾ, ਇਹ ਜੋ ਹੈ ਐਡਜੈਕਟਿਵ ਨੂੰ ਦਰਸਾ ਰਿਹਾ ਹੈ। ਤਾਂ ਇਹ ਜੋ ਹੈ ਸਾਡਾ ਨਾउन ਨਹੀਂ ਹੈ, ਤਾਂ ਇਹੀ ਸਾਡਾ ਆਨਸਰ ਹੋਏਗਾ, ਠੀਕ ਹੈ। ਆਪਸ਼ਨ ਸੀ ਹੈਪੀ ਜੋ ਹੈ ਇਹ ਨਾउन ਨਹੀਂ ਹੈ। ਤਾਂ ਸਾਨੂੰ ਇਨਕਰੈਕਟ ਆਪਸ਼ਨ ਚੁਣਨਾ ਸੀ, ਉਹ ਜੋ ਹੈ ਸੀ ਵਾਲਾ ਆਪਸ਼ਨ ਹੈ। क्वेश्चन नंबर 17 है चूज द करेक्ट ऑप्शन
ਡੈਸ਼ ਵਰ ਥਿੰਕਿੰਗ ਅਬਾਊਟ ਦਾ ਪ੍ਰੋਬਲਮ। ਦੇਖੋ ਇਹ ਵੀ ਜੋ ਹੈ ਸਿੰਪਲ ਜਿਹਾ ਹੀ ਹੈ। ਸਾਨੂੰ ਇਹਨਾਂ ਨੇ ਕਿਹਾ ਹੈ ਵੀ ਅਸੀਂ ਕਰੈਕਟ ਆਪਸ਼ਨ ਚੂਜ਼ ਕਰਕੇ ਇੱਥੇ ਜੋ ਹੈ ਮਤਲਬ ਪਲੇਸ ਕਰਨਾ ਹੈ ਵਰ ਤੋਂ ਪਹਿਲਾਂ। ਦੇਖੋ ਹੀ ਦੇ ਨਾਲ, ਸ਼ੀ ਦੇ ਨਾਲ, ਦੈਮ ਦੇ ਨਾਲ ਕਦੀ ਵੀ ਵਰ ਨਹੀਂ ਆਉਂਦਾ ਹੁੰਦਾ, ਠੀਕ ਹੈ। ਹੀ ਵਰ, ਸ਼ੀ ਵਰ, ਦੈਮ ਵਰ, ਇਹਨਾਂ ਦੇ ਨਾਲ ਕਦੀ ਵੀ ਜੋ ਹੈ ਹੀ ਨਾਲ, ਸ਼ੀ ਨਾਲ, ਦੈਮ ਦੇ ਨਾਲ ਕਦੀ ਵੀ ਇਹ ਜੋ ਵਰਡ ਹੈ ਵਰ, WERE, ਇਹ ਜੋ ਹੈ ਨਹੀਂ ਆਉਂਦਾ ਹੁੰਦਾ, ਠੀਕ ਹੈ। ਕਿਉਂਕਿ ਇਹ ਜੋ ਵਰਡ ਯੂਜ਼ ਹੁੰਦਾ ਹੈ ਇਹ ਇੱਕ ਤੋਂ ਜ਼ਿਆਦਾ ਨੂੰ ਦਰਸਾਉਣ ਵਾਸਤੇ ਯੂਜ਼ ਹੁੰਦਾ ਹੈ। ਵਰਡ ਕਹਿ ਲਓ ਜਾਂ ਫਿਰ ਜੋ ਵਰਬ ਹੈ, ਠੀਕ ਹੈ। ਹਾਂਜੀ, ਤਾਂ ਇੱਥੇ ਜੋ ਵੀ ਹੈ, ਵੀ ਦਾ ਮੀਨਿੰਗ ਹੁੰਦਾ ਵੀ ਕਈ ਸਾਰੇ, ਠੀਕ ਹੈ। ਮਤਲਬ ਵੀ ਵੈਸੇ ਜੋ ਹੈ ਅਸੀਂ ਵਰਡ ਯੂਜ਼ ਕਰਦੇ ਹਾਂ ਵੀ ਅਸੀਂ, ਠੀਕ ਹੈ। ਅਸੀਂ ਮੀਨਸ ਕਿ ਵੀ ਵਰ ਥਿੰਕਿੰਗ ਅਬਾਊਟ ਦਾ ਪ੍ਰੋਬਲਮ, ਵੀ ਅਸੀਂ ਜੋ ਹੈ ਇਸ ਪ੍ਰੋਬਲਮ ਯਾਨੀ ਕਿ ਸਮੱਸਿਆ ਦੇ ਬਾਰੇ ਸੋਚਦੇ ਪਏ ਸੀ, ਠੀਕ ਹੈ। ਤਾਂ ਇੱਥੇ ਜੋ ਹੀ ਹੈ ਉਹ ਸਿੰਗੂਲਰ ਹੈ, ਸ਼ੀ ਵੀ ਜੋ ਹੈ ਉਹ ਸਿੰਗੂਲਰ ਹੈ, ਦੈਮ ਵੀ ਜੋ ਹੈ ਉਹ ਸਿੰਗੂਲਰ ਹੈ, ਵੀ ਜੋ ਹੈ ਉਹ ਪਲੂਰਲ ਹੈ। ਤੇ ਇਹ ਜੋ WERE ਹੈ ਵਰ ਹੈ, ਠੀਕ ਹੈ। ਇਹ ਤੁਹਾਡਾ ਹਮੇਸ਼ਾ ਇਸ ਦੇ ਨਾਲ ਯੂਜ਼ ਹੁੰਦਾ ਹੈ ਵੀ ਦੇ ਨਾਲ। ਜਦ ਅਸੀਂ ਇੱਕ ਤੋਂ ਜ਼ਿਆਦਾ ਬੰਦਿਆਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਅਸੀਂ WERE ਵਰਡ ਯੂਜ਼ ਕਰਦੇ ਹਾਂ। ਹੀ ਦੇ ਵਿੱਚ ਇੱਕੋ ਹੀ ਜੋ ਹੈ ਬੰਦੇ ਦੀ ਗੱਲ ਹੋ ਰਹੀ ਹੈ। ਸ਼ੀ ਜੋ ਹੈ ਅਸੀਂ ਫੀਮੇਲ ਵਾਸਤੇ ਜੋ ਹੈ ਯੂਜ਼ ਕਰਦੇ ਹਾਂ। ਇੱਥੇ ਸਿੰਗਲ ਇੱਕ ਫੀਮੇਲ ਯਾਨੀ ਕਿ ਇੱਕ ਲੜਕੀ ਜਾਂ ਗਰਲ ਦੀ ਹੀ ਗੱਲ ਹੋ ਰਹੀ ਹੈ। ਦੈਮ ਜੋ ਹੈ ਅਸੀਂ ਜੋ ਹੈ ਕਿਸੇ ਉਹਨਾਂ ਨੂੰ, ਜਿਸ ਤਰ੍ਹਾਂ ਹੋ ਗਿਆ, ਠੀਕ ਹੈ, ਯਾਨੀ ਕਿ ਇੱਕ ਪਰਸਨ ਵਾਸਤੇ ਹੀ ਯੂਜ਼ ਕਰਦੇ ਹਾਂ। ਜਿਹੜਾ ਵੀ ਵਰਡ ਹੈ WE, ਇਹ ਜੋ ਹੈ ਅਸੀਂ ਇੱਕ ਤੋਂ ਜ਼ਿਆਦਾ ਅਗਰ ਪਰਸਨਸ ਨੂੰ ਡਿਨੋਟ ਕਰਨਾ ਹੁੰਦਾ ਹੈ, ਦਰਸਾਉਣਾ ਹੁੰਦਾ ਹੈ, ਤਾਂ ਅਸੀਂ WE ਵਰਡ ਯੂਜ਼ ਕਰਦੇ ਹਾਂ। ਤੇ ਵੀ ਵਰਡ ਦੇ ਨਾਲ ਜੋ ਵਰ ਹੈ, ਠੀਕ ਹੈ, WERE, ਇਹ ਆਉਂਦਾ ਹੁੰਦਾ ਹੈ। ਤਾਂ ਸਾਡਾ ਸਹੀ ਆਨਸਰ ਹੋਊਗਾ ਵੀ ਵਰ ਥਿੰਕਿੰਗ ਅਬਾਊਟ ਦਾ ਪ੍ਰੋਬਲਮ। ਵੀ ਵਰ ਥਿੰਕਿੰਗ ਅਬਾਊਟ ਦਾ ਪ੍ਰੋਬਲਮ। ਇਸ ਦਾ ਮੀਨਿੰਗ ਇਹ ਹੈ ਵੀ ਅਸੀਂ ਸਮੱਸਿਆ ਦੇ ਬਾਰੇ ਸੋਚਦੇ ਪਏ ਸੀ, ਠੀਕ ਹੈ। ਵੀ ਵਰ ਥਿੰਕਿੰਗ ਅਬਾਊਟ ਦਾ ਪ੍ਰੋਬਲਮ, ਵੀ ਅਸੀਂ ਸਮੱਸਿਆ ਦੇ ਬਾਰੇ ਸੋਚਦੇ ਪਏ ਸੀ। ਵੀ ਦਾ ਮੀਨਿੰਗ ਹੁੰਦਾ ਹੈ ਪੰਜਾਬੀ ਦੇ ਵਿੱਚ ਅਸੀਂ। ਕੁਐਸਚਨ ਨੰਬਰ 18 ਹੈ ਚੂਜ਼ ਦਾ ਇਨਕਰੈਕਟ ਆਪਸ਼ਨ ਫॉर ਦਾ। ਦੇਖੋ ਜੋ ਦਾ ਹੈ THE, ਇਹ ਜੋ ਹੈ ਇੱਕ ਤਰ੍ਹਾਂ ਦਾ ਡਿਟਰਮਾਈਨਰ ਹੈ, ਠੀਕ ਹੈ। ਇਸ ਨੂੰ ਅਸੀਂ ਨਿਰਧਾਰਕ ਵੀ ਕਹਿੰਦੇ ਹਾਂ ਪੰਜਾਬੀ ਗ੍ਰਾਮਰ ਦੇ ਅੰਦਰ। ਤੇ ਇਹ ਜੋ ਦਾ ਹੈ ਨਿਰਧਾਰਕ ਹੈ, ਡਿਟਰਮਾਈਨਰ ਹੈ, ਇਹ ਅਸੀਂ ਕਿੱਥੇ ਯੂਜ਼ ਕਰਦੇ ਹਾਂ। ਦੇਖੋ ਆਪਸ਼ਨ ਏ ਦੇ ਵਿੱਚ ਹੈ ਸਕਾਈ, ਆਪਸ਼ਨ ਬੀ ਦੇ ਵਿੱਚ ਹੈ ਸਨ, ਆਪਸ਼ਨ ਸੀ ਦੇ ਵਿੱਚ ਹੈ ਲੇਕ, ਆਪਸ਼ਨ ਡੀ ਦੇ ਵਿੱਚ ਹੈ ਅਰਥ। ਇਹਨਾਂ ਨੇ ਸਾਨੂੰ ਕੁਐਸਚਨ ਨੰਬਰ 18 ਦੇ ਵਿੱਚ ਕਿਹਾ ਹੈ ਚੂਜ਼ ਦਾ ਇਨਕਰੈਕਟ ਆਪਸ਼ਨ, ਵੀ ਸਾਨੂੰ ਜੋ ਹੈ ਵੀ ਜਿਸ ਦੇ ਨਾਲ ਦਾ ਮਤਲਬ ਜੋ THE ਹੈ, ਇਹ ਵਾਲਾ ਜੋ ਦਾ ਹੈ, ਜਿਸ ਵਰਡ ਦੇ ਨਾਲ ਅਸੀਂ ਯੂਜ਼ ਨਹੀਂ ਕਰਦੇ ਹਾਂ, ਅਸੀਂ ਉਹ ਜੋ ਹੈ ਵਰਡ ਇਹਨਾਂ ਚਾਰਾਂ ਦੇ ਵਿੱਚੋਂ ਯਾਨੀ ਕਿ ਸਕਾਈ, ਸਨ, ਲੇਕ, ਅਰਥ ਦੇ ਵਿੱਚੋਂ ਯੂਜ਼ ਕਰਨਾ ਹੈ। ਪਹਿਲਾਂ ਇਹ ਸਮਝ ਲਓ ਵੀ ਇਹ ਦਾ ਵਰਡ ਅਸੀਂ ਯੂਜ਼ ਕਦੋਂ ਕਰਦੇ ਹਾਂ। ਅਗਰ ਕੋਈ ਇੱਕ ਸਪੈਸ਼ਲ ਚੀਜ਼ ਹੈ, ਠੀਕ ਹੈ, ਅਗਰ ਕੋਈ ਸਪੈਸ਼ਲ ਜੀ ਇੱਕ ਚੀਜ਼ ਹੈ, ਉਹਦੇ ਵਾਸਤੇ ਅਸੀਂ ਉਸ ਦੇ ਨਾਂ ਤੋਂ ਪਹਿਲਾਂ ਅਸੀਂ ਦਾ ਵਰਡ ਯੂਜ਼ ਕਰਦੇ ਹਾਂ। ਜਿਵੇਂ ਸਕਾਈ ਹੈ ਯਾਨੀ ਕਿ ਅਸਮਾਨ ਹੈ, ਅਸਮਾਨ ਇਕੱਲਾ ਇੱਕੋ ਹੀ ਅਸਮਾਨ ਹੈ, ਹੋਰ ਇਹ ਨਹੀਂ ਹੈ ਵੀ ਕਈ ਸਾਰੇ ਅਸਮਾਨ ਨੇ, ਠੀਕ ਹੈ। ਅਸਮਾਨ ਜੋ ਹੈ ਸਕਾਈ ਜੋ ਹੈ ਉਹ ਸਿੰਗਲ ਹੈ, ਮਤਲਬ ਕਿ ਉਹ ਸਪੈਸ਼ਲ ਇੱਕੋ ਹੀ ਹੈ, ਠੀਕ ਹੈ। ਕਈ ਸਾਰੇ ਅਸਮਾਨ ਨਹੀਂ ਹੈ, ਇੱਕੋ ਹੀ ਅਸਮਾਨ ਹੈ। ਤਾਂ ਇੱਥੇ ਵਰਡ ਅਸੀਂ ਯੂਜ਼ ਕਰਾਂਗੇ ਦਾ ਸਕਾਈ। ਸਕਾਈ ਤੋਂ ਪਹਿਲਾਂ ਅਸੀਂ ਦਾ ਵਰਡ ਲਗਾ ਸਕਦੇ ਹਾਂ। ਦਾ ਵਰਡ ਅਸੀਂ ਕਿਸੇ ਚੀਜ਼ ਦੀ ਸਪੈਸ਼ਲਾਈਜੇਸ਼ਨ ਯਾਨੀ ਕਿ ਉਹ ਚੀਜ਼ ਅਗਰ ਦੁਨੀਆ ਦੇ ਵਿੱਚ ਅਨੋਖੀ ਹੀ ਹੈ, ਠੀਕ ਹੈ, ਵੀ ਉਹ ਚੀਜ਼ ਸਿਰਫ ਕੱਲੀ ਹੀ ਹੈ, ਅਗਰ ਦੁਨੀਆ ਦੇ ਅੰਦਰ ਸਪੈਸ਼ਲ ਹੈ, ਇੱਕੋ ਹੀ ਹੈ ਅਗਰ ਦੁਨੀਆ ਦੇ ਅੰਦਰ, ਤਾਂ ਅਸੀਂ ਉਸ ਵਰਡ ਦੇ ਅੱਗੇ ਦਾ ਜੋ ਹੈ ਵਰਡ ਯੂਜ਼ ਕਰਦੇ ਹਾਂ। ਦਾ ਜੋ ਹੈ ਡਿਟਰਮਾਈਨਰ ਯਾਨੀ ਕਿ ਨਿਰਧਾਰਕ ਜੋ ਹੈ ਯੂਜ਼ ਕਰਦੇ ਹਾਂ। ਹੁਣ ਅਗਲਾ ਆਪਸ਼ਨ ਹੈ ਬੀ ਸਨ। ਸਨ ਦੇਖੋ ਸੂਰਜ ਜੋ ਹੈ, ਠੀਕ ਹੈ, ਉਹ ਇੱਕੋ ਹੀ ਹੈ। ਇੰਜ ਤਾਂ ਨਹੀਂ ਹੈ ਨਾ ਵੀ ਸੂਰਜ ਯਾਨੀ ਕਿ ਸਨ ਜੋ ਹੈ ਉਹ ਕਈ ਸਾਰੇ ਨੇ। ਅਰਥ ਦੇ ਉੱਪਰ ਜੋ ਸਨ ਯਾਨੀ ਕਿ ਜੋ ਸਵੇਰੇ ਸਨ ਜੋ ਰਾਈਜ਼ ਹੁੰਦਾ ਹੈ, ਠੀਕ ਹੈ, ਸੂਰਜ ਜੋ ਉਗਦਾ ਹੈ, ਜਾਂ ਸ਼ਾਮ ਨੂੰ ਜੋ ਸੂਰਜ ਢਲਦਾ ਹੈ, ਇਹ ਤਾਂ ਨਹੀਂ ਹੈ ਨਾ ਵੀ ਸਵੇਰ ਵਾਲਾ ਸੂਰਜ ਜੋ ਉਗਦਾ ਹੈ ਉਹ ਹੋਰ ਹੈ ਤੇ ਸ਼ਾਮ ਨੂੰ ਜਿਹੜਾ ਢਲਦਾ ਹੈ ਸੂਰਜ ਯਾਨੀ ਕਿ ਜੋ ਸਨਸੈਟ ਹੁੰਦਾ ਹੈ ਉਹ ਵਾਲਾ ਸੂਰਜ ਯਾਨੀ ਕਿ ਸਨ ਅਲੱਗ ਹੁੰਦਾ ਹੈ। ਇੱਦਾਂ ਤਾਂ ਕੁਛ ਨਹੀਂ ਹੈ ਨਾ। ਸੂਰਜ ਜੋ ਸਨ ਹੈ ਉਹ ਇੱਕ ਸਪੈਸ਼ਲ ਹੈ, ਇੱਕੋ ਹੀ ਹੈ, ਇੱਦਾਂ ਦੇ ਹੋਰ ਨਹੀਂ ਹੈ। ਤਾਂ ਸਨ ਵਾਸਤੇ ਵੀ ਅਸੀਂ ਜੋ ਹੈ ਵਰਡ ਯੂਜ਼ ਕਰਾਂਗੇ ਦਾ ਸਨ, ਕਿਉਂਕਿ ਸਪੈਸ਼ਲ ਹੈ। ਹਾਂਜੀ, ਹੁਣ ਡੀ ਵਾਲਾ ਜੋ ਹੈ ਅਰਥ। ਅਰਥ ਯਾਨੀ ਕਿ ਜੋ ਇਹ ਧਰਤੀ ਹੈ, ਠੀਕ ਹੈ, ਜਿਸ 'ਤੇ ਅਸੀਂ ਰਹਿੰਦੇ ਹਾਂ, ਜਿਸ ਨੂੰ ਕਿ ਅਸੀਂ ਪ੍ਰਿਥਵੀ ਵੀ ਕਹਿੰਦੇ ਹਾਂ। ਤਾਂ ਜੋ ਇਹ ਅਰਥ ਹੈ ਜਾਂ ਫਿਰ ਜੋ ਇਹ ਪ੍ਰਿਥਵੀ ਹੈ, ਜੋ ਇਹ ਧਰਤੀ ਹੈ ਜਿਸ 'ਤੇ ਅਸੀਂ ਰਹਿੰਦੇ ਹਾਂ, ਇਹ ਵੀ ਜੋ ਹੈ ਸਪੈਸ਼ਲ ਹੈ। ਅਰਥ ਵਰਗੇ ਹੋਰ ਨਹੀਂ ਹੈ ਕੋਈ, ਠੀਕ ਹੈ। ਹੋਰ ਕਿਸੇ ਪਲੈਨਟ ਦੇ ਉੱਪਰ ਜੋ ਹੈ ਆਕਸੀਜਨ ਹਾਲੇ ਤੱਕ ਤਾਂ ਮਿਲੀ ਨਹੀਂ ਹੈ, ਠੀਕ ਹੈ। ਤੇ ਅਰਥ ਜੋ ਹੈ ਉਹ ਸਪੈਸ਼ਲ ਹੈ। ਅਰਥ ਇਸ ਦੁਨੀਆ ਦੇ ਅੰਦਰ ਇੱਕੋ ਹੀ ਹੈ। ਤਾਂ ਅਰਥ ਵਾਸਤੇ ਵੀ ਜੋ ਹੈ ਵਰਡ ਅਸੀਂ ਯੂਜ਼ ਕਰਾਂਗੇ। ਵਰਡ ਮੀਨਸ ਕਿ ਡਿਟਰਮਾਈਨਰ ਵਰਡ ਅਸੀਂ ਯੂਜ਼ ਕਰਾਂਗੇ ਦਾ। ਤਾਂ ਸਕਾਈ ਦੇ ਨਾਲ ਵੀ ਦਾ ਯੂਜ਼ ਹੋ ਸਕਦਾ ਹੈ, ਦਾ ਸਕਾਈ। ਸਨ ਵਾਸਤੇ ਵੀ ਯੂਜ਼ ਹੋ ਸਕਦਾ ਹੈ ਦਾ ਸਨ। ਅਰਥ ਵਾਸਤੇ ਵੀ ਯੂਜ਼ ਹੋ ਸਕਦਾ ਹੈ ਦਾ ਅਰਥ। ਪਰ ਜਿਹੜਾ ਇਹ ਲੇਕ ਹੈ, ਲੇਕ ਮੀਨਸ ਹੁੰਦਾ ਹੈ ਝੀਲ। ਝੀਲ ਮਤਲਬ ਕਿ ਜਿਹੜਾ ਇਹ ਜਿਹਨਾਂ ਵਿੱਚੋਂ ਇਹ ਪਾਣੀ ਜੋ ਹੈ ਵਗਦਾ ਹੈ, ਠੀਕ ਹੈ। ਤਾਂ
झीलां जो है देखो हुण अर्थ ਦੀ ਮੈਂ ਅਗਰ ਆਪਣੀ ਧਰਤੀ ਦੀ ਹੀ ਗੱਲ ਕਰਾਂ ਠੀਕ ਹੈ, ਯਾਨੀ ਕਿ ਸਾਡੀ ਅਰਥ ਦੇ ਉੱਪਰ, ਧਰਤੀ ਦੇ ਉੱਪਰ, ਪ੍ਰਿਥਵੀ ਦੇ ਵਿੱਚ ਕਿੰਨੀਆਂ ਹੀ ਸਾਰੀਆਂ ਝੀਲਾਂ ਨੇ ਠੀਕ ਹੈ। ਤਾਂ ਲੇਕ ਦੇਖੋ ਚੰਡੀਗੜ੍ਹ ਦੇ ਵਿੱਚ ਹੀ ਅਸੀਂ ਕਹਿੰਦੇ ਹਾਂ ਸੁਖਨਾ ਲੇਕ, ਤੇ ਇੱਦਾਂ ਹੀ ਜੋ ਹੈ ਕਈ ਸਾਰੀ ਹੋਰ ਜੋ ਹੈ ਲੇਕਸ, ਕੱਲੇ ਸਾਡਾ ਜੋ ਦੇਸ਼ ਹੈ ਇੰਡੀਆ ਯਾਨੀ ਕਿ ਭਾਰਤ ਦੇ ਵਿੱਚ ਹੀ ਕਈ ਸਾਰੀ ਲੇਕਸ ਨੇ। ਤੇ ਅਗਰ ਅਸੀਂ ਅਰਥ ਦੀ ਗੱਲ ਕਰੀਏ ਯਾਨੀ ਕਿ ਜੋ ਪ੍ਰਿਥਵੀ ਹੈ, ਧਰਤੀ ਹੈ, ਇਸ ਦੇ ਉੱਪਰ ਤਾਂ ਪਤਾ ਨਹੀਂ ਕਿਤਨੀ ਸਾਰੀ ਲੇਕਸ ਨੇ। ਤਾਂ ਜਦ ਅਸੀਂ ਵਰਡ ਯੂਜ਼ ਕਰ ਰਹੇ ਹਾਂ ਲੇਕ, ਇਹ ਜੋ ਹੈ ਕੋਈ ਸਪੈਸ਼ਲ ਨਹੀਂ ਹੈ, ਇਹ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਕਿਸ ਲੇਕ ਦੀ ਗੱਲ ਕਰ ਰਹੇ ਹਾਂ, ਕਿਉਂਕਿ ਕਈ ਸਾਰੀ ਝੀਲਾਂ ਨੇ ਠੀਕ ਹੈ ਅਰਥ ਦੇ ਉੱਪਰ। ਤਾਂ ਇਹਦੇ ਵਾਸਤੇ ਅਸੀਂ ਦਾ ਲੇਕ ਜੋ ਵਰਡ ਹੈ ਉਹ ਯੂਜ਼ ਨਹੀਂ ਕਰ ਸਕਦੇ। ਇੱਥੇ ਅਸੀਂ ਜੋ ਦਾ ਜੋ ਡਿਟਰਮਾਈਨਰ ਹੈ, ਨਿਰਧਾਰਕ ਹੈ, ਲੇਕ ਦੇ ਅੱਗੇ ਅਸੀਂ ਦਾ ਨਹੀਂ ਲਗਾ ਸਕਦੇ। ਸਾਨੂੰ ਨਹੀਂ ਪਤਾ ਵੀ ਕਿਹੜੀ ਝੀਲ, ਕਿਹੜੀ ਲੇਕ ਦੀ ਗੱਲ ਹੋ ਰਹੀ ਹੈ, ਕਿਉਂਕਿ ਇਹ ਕਈ ਸਾਰੀਆਂ ਨੇ ਠੀਕ ਹੈ। ਅਰਥ ਦੇ ਉੱਪਰ ਕਈ ਸਾਰੀ ਲੇਕਸ ਨੇ, ਕਈ ਸਾਰੀ ਝੀਲਾਂ ਨੇ। ਸਕਾਈ ਦੇ ਨਾਲ ਦਾ ਲੱਗ ਸਕਦਾ ਹੈ, ਸਨ ਦੇ ਨਾਲ ਮਤਲਬ ਸਨ ਤੋਂ ਪਹਿਲਾਂ ਦਾ ਲੱਗ ਸਕਦਾ ਹੈ, ਅਰਥ ਤੋਂ ਪਹਿਲਾਂ ਦਾ ਲੱਗ ਸਕਦਾ ਹੈ, ਕਿਉਂਕਿ ਇਹ ਸਪੈਸ਼ਲ ਨੇ, ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਨੇ। ਲੇਕ ਯਾਨੀ ਕਿ ਝੀਲ ਜੋ ਹੈ ਮਤਲਬ ਝੀਲਾਂ ਕਈ ਸਾਰੀਆਂ ਨੇ, ਤਾਂ ਇਹਨਾਂ ਦੇ ਅੱਗੇ ਜੋ ਦਾ ਜੋ ਡਿਟਰਮਾਈਨਰ ਹੈ ਉਹ ਜੋ ਹੈ ਨਹੀਂ ਲੱਗ ਸਕਦਾ। ਤਾਂ ਉਹਨਾਂ ਨੇ ਸਾਨੂੰ ਕਿਹਾ ਸੀ ਚੂਜ਼ ਦਾ ਇਨਕਰੈਕਟ ਆਪਸ਼ਨ ਫॉर ਦਾ, ਵੀ ਦਾ ਵਾਸਤੇ ਇਨਕਰੈਕਟ ਆਪਸ਼ਨ ਜੋ ਹੈ ਚੂਜ਼ ਕਰੋ। ਤਾਂ ਸਾਡਾ ਆਨਸਰ ਹੋਗਾ ਆਪਸ਼ਨ ਸੀ ਲੇਕ, LAKE। क्वेश्चन नंबर 19 है चूज द करैक्ट स्टेटमेंट। अगर ਤੁਹਾਨੂੰ ਯਾਦ ਹੋਏ ਵੀ ਅਗਰ ਅਸੀਂ ਕੋਈ ਵੀ ਸਟੇਟਮੈਂਟ ਬਣਾਉਣੀ ਹੁੰਦੀ ਹੈ ਇੰਗਲਿਸ਼ ਦੇ ਵਿੱਚ, ਤਾਂ ਅਸੀਂ ਜੋ ਹੈ ਯੂਜ਼ ਕਰਦੇ ਹਾਂ ਸੈਂਟੈਂਸ। ਅਗਰ ਅਸੀਂ ਫਾਰਮ ਕਰਨਾ ਹੁੰਦਾ ਹੈ ਤਾਂ ਸੈਂਟੈਂਸ ਕੰਸਟਰਕਸ਼ਨ ਵਾਸਤੇ ਇੱਕ ਰੂਲ ਅਸੀਂ ਫੋਲੋ ਕਰਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਹੈ ਸਬਜੈਕਟ, ਉਸ ਤੋਂ ਬਾਅਦ ਆਉਂਦੀ ਹੈ ਵਰਬ, ਫਿਰ ਆਉਂਦਾ ਹੈ ਆਬਜੈਕਟ ਠੀਕ ਹੈ। ਸਬਜੈਕਟ ਯਾਨੀ ਕਿ ਉਸ ਨੂੰ ਅਸੀਂ ਕਰਤਾ ਵੀ ਕਹਿੰਦੇ ਹਾਂ, ਵੀ ਜਿਹੜਾ ਕੋਈ ਕੰਮ ਜਾਂ ਕਾਰਜ ਕਰ ਰਿਹਾ ਹੈ। ਵਰਬ ਯਾਨੀ ਕਿ ਜੋ, ਇਸ ਨੂੰ ਅਸੀਂ ਵਰਬ ਨੂੰ ਕਿਰਿਆ ਵੀ ਕਹਿੰਦੇ ਹਾਂ, ਵੀ ਜੋ ਕੋਈ ਕੰਮ ਹੋ ਰਿਹਾ ਹੈ ਠੀਕ ਹੈ। ਤੇ ਜੋ ਆਬਜੈਕਟ ਹੈ ਠੀਕ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਕਰਮ, ਵੀ ਜਿਸ ਦੇ ਉੱਪਰ ਹੋ ਰਿਹਾ ਹੈ ਕੋਈ ਕੰਮ। ਤਾਂ ਸਭ ਤੋਂ ਪਹਿਲਾਂ ਆਉਂਦਾ ਹੈ ਜੀ ਸਬਜੈਕਟ। ਦੇਖੋ ਜਿਹੜਾ ਆਪਸ਼ਨ ਡੀ ਹੈ ਇਸ ਦੇ ਵਿੱਚ ਜ਼ਰਾ ਇੱਕ ਮਿੰਟ, ਸਾਨੂੰ ਇਹਨਾਂ ਨੇ ਕਿਹਾ ਹੈ ਵੀ ਅਸੀਂ ਕਰੈਕਟ ਸਟੇਟਮੈਂਟ ਜੋ ਹੈ ਉਹ ਚੂਜ਼ ਕਰਨੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਹ ਜੋ ਦਾ ਆਈਡੀਆ ਹੈ ਆਪਸ਼ਨ ਏ ਦੇ ਵਿੱਚ, ਇਹ ਤਾਂ ਆਬਜੈਕਟ ਹੈ। ਲਾਈਕਡ ਚਲੋ ਠੀਕ ਹੈ ਇਹ ਵਰਬ ਹੋ ਗਈ, ਲੇਕਿਨ ਜੋ ਇਹ ਦਾ ਵੂਮਨ ਹੈ ਉਹ ਸਬਜੈਕਟ ਹੈ, ਉਹ ਸਭ ਤੋਂ ਪਿੱਛੇ ਕਰ ਦਿੱਤਾ ਹੈ। ਜਦਕਿ ਸਬਜੈਕਟ ਆਉਣਾ ਚਾਹੀਦਾ ਹੈ ਪਹਿਲੇ ਇੱਥੇ ਠੀਕ ਹੈ। ਵਰਬ ਤੋਂ ਪਹਿਲਾਂ ਆਉਂਦਾ ਹੈ ਸਬਜੈਕਟ, ਤੇ ਵਰਬ ਤੋਂ ਬਾਅਦ ਦੇ ਵਿੱਚ ਆਉਂਦਾ ਹੈ ਆਬਜੈਕਟ। ਇਹ ਜਿਹੜਾ ਆਪਸ਼ਨ 4 ਹੈ ਨਾ, ਇਸ ਦੇ ਵਿੱਚ ਬਿਲਕੁਲ ਸਹੀ ਹੈ। ਦੇਖੋ ਦਾ ਵੂਮਨ ਯਾਨੀ ਕਿ ਇੱਥੇ ਜੋ ਹੈ ਜੋ ਵੂਮਨ ਹੈ ਯਾਨੀ ਕਿ ਜੋ ਔਰਤ ਹੈ ਠੀਕ ਹੈ, ਉਹ ਜੋ ਹੈ ਸਬਜੈਕਟ ਹੈ। ਲਾਈਕਡ ਇਹ ਤੁਹਾਡਾ ਵਰਬ ਹੋ ਗਿਆ, ਇਹ ਤੁਹਾਡਾ ਸਬਜੈਕਟ ਹੈ। ਦਾ ਵੂਮਨ ਠੀਕ ਹੈ ਸਬਜੈਕਟ। ਜੋ ਲਾਈਕਡ ਹੈ, ਲਾਈਕਡ ਹੁੰਦਾ ਯਾਨੀ ਕਿ ਪਸੰਦ ਕਰਨਾ, ਤੇ ਜੋ ਆਈਡੀਆ ਹੈ ਉਹ ਹੈ ਵਿਚਾਰ, ਇਹ ਹੈ ਆਬਜੈਕਟ। ਹਾਂਜੀ ਆਪਸ਼ਨ ਡੀ ਦੇ ਵਿੱਚ ਜੋ ਹੈ ਇਹ ਹੈ ਸਾਡੇ ਕੋਲ ਸਹੀ ਆਨਸਰ ਹੈ। ਦਾ ਵੂਮਨ ਲਾਈਕਡ ਦਾ ਆਈਡੀਆ, ਇੱਥੇ ਜੋ ਦਾ ਵੂਮਨ ਹੈ ਉਹ ਸਬਜੈਕਟ ਹੈ, ਯਾਨੀ ਕਿ ਇਸ ਨੂੰ ਅਸੀਂ ਕਰਤਾ ਕਹਿ ਸਕਦੇ ਹਾਂ। ਲਾਈਕਡ ਮੀਨਸ ਵਰਬ ਯਾਨੀ ਕਿ ਜੋ ਕਿਰਿਆ ਹੋ ਰਹੀ ਹੈ, ਯਾਨੀ ਕਿ ਪਸੰਦ ਕਰਨਾ ਠੀਕ ਹੈ। ਤੇ ਦਾ ਆਈਡੀਆ ਯਾਨੀ ਕਿ ਜੋ ਆਬਜੈਕਟ ਹੈ, ਜਿਸ ਨੂੰ ਕਿ ਅਸੀਂ ਕਰਮ ਵੀ ਕਹਿੰਦੇ ਹਾਂ, ਜਿਸ ਦੇ ਉੱਪਰ ਕਿਰਿਆ ਹੋ ਰਹੀ ਹੈ। ਵੀ ਜੋ ਵੂਮਨ ਹੈ ਉਸ ਨੂੰ ਆਈਡੀਆ ਯਾਨੀ ਕਿ ਵਿਚਾਰ, ਲਾਈਕਡ ਯਾਨੀ ਕਿ ਪਸੰਦ ਆਇਆ ਠੀਕ ਹੈ। ਦ ਵੂਮਨ ਲਾਈਕਡ ਦਾ ਆਈਡੀਆ, ਵੀ ਜੋ ਵੂਮਨ ਹੈ ਉਸਨੇ ਵਿਚਾਰ ਨੂੰ ਪਸੰਦ ਕੀਤਾ ਠੀਕ ਹੈ। ਉਸ ਨੂੰ ਵਿਚਾਰ ਜੋ ਹੈ ਪਸੰਦ ਆਇਆ, ਜਾਂ ਫਿਰ ਉਸਨੇ ਜੋ ਹੈ ਵਿਚਾਰ ਨੂੰ ਪਸੰਦ ਕੀਤਾ। ਤਾਂ ਜੋ ਔਰਤ ਹੈ ਠੀਕ ਹੈ, ਉਸ ਨੂੰ ਆਈਡੀਆ ਯਾਨੀ ਕਿ ਵਿਚਾਰ, ਲਾਈਕਡ ਯਾਨੀ ਕਿ ਪਸੰਦ ਆਇਆ ਠੀਕ ਹੈ। ਤਾਂ ਔਰਤ ਨੂੰ ਜੋ ਵਿਚਾਰ ਹੈ ਉਹ ਪਸੰਦ ਆਇਆ। ਤਾਂ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ। ਬਾਕੀ ਜਿਹੜੇ ਆਪਸ਼ਨ ਏ ਹੈ, ਆਪਸ਼ਨ ਬੀ ਹੈ, ਆਪਸ਼ਨ ਸੀ ਹੈ, ਇਹਨਾਂ ਦੇ ਵਿੱਚ ਜੋ ਸੈਂਟੈਂਸ ਕੰਸਟਰਕਸ਼ਨ ਦਾ ਜੋ ਰੂਲ ਹੈ ਉਹ ਫੋਲੋ ਨਹੀਂ ਹੋ ਰਿਹਾ ਹੈ। ਮੀਨਸ ਕਿ ਸਭ ਤੋਂ ਪਹਿਲਾਂ ਸਬਜੈਕਟ ਅਸੀਂ ਰੱਖਣਾ ਹੁੰਦਾ ਹੈ, ਫਿਰ ਉਸ ਤੋਂ ਬਾਅਦ ਅਸੀਂ ਵਰਬ ਰੱਖਣੀ ਹੁੰਦੀ ਹੈ, ਤੇ ਫਿਰ ਅਸੀਂ ਉਸ ਤੋਂ ਬਾਅਦ ਜੋ ਹੈ ਆਬਜੈਕਟ ਰੱਖਦੇ ਹਾਂ। ਸਬਜੈਕਟ ਯਾਨੀ ਕਿ ਜੋ ਕੋਈ ਕੰਮ ਕਰ ਰਿਹਾ ਹੈ, ਕਰਤਾ। ਵਰਬ ਯਾਨੀ ਕਿ ਜੋ ਕਿਰਿਆ ਯਾਨੀ ਕਿ ਜੋ ਕੰਮ ਹੋ ਰਿਹਾ ਹੈ, ਤੇ ਕਰਮ ਯਾਨੀ ਕਿ ਆਬਜੈਕਟ, ਵੀ ਜਿਸ ਦੇ ਉੱਪਰ ਜੋ ਹੈ ਕੋਈ ਕੰਮ ਹੋ ਰਿਹਾ ਹੈ। ਤਾਂ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ, ਇਹ ਵਾਲਾ ਜੋ ਰੂਲ ਹੈ ਸੈਂਟੈਂਸ ਕੰਸਟਰਕਸ਼ਨ ਦਾ, ਇਹ ਆਪਸ਼ਨ ਡੀ ਦੇ ਵਿੱਚ ਹੀ ਜੋ ਹੈ ਫੋਲੋ ਹੋ ਰਿਹਾ ਹੈ। ਤਾਂ ਸਾਡਾ ਸਹੀ ਆਨਸਰ ਹੋਏਗਾ ਚੂਜ਼ ਦਾ ਕਰੈਕਟ ਸਟੇਟਮੈਂਟ। ਤਾਂ ਸਾਡੀ ਜੋ ਕਰੈਕਟ ਸਟੇਟਮੈਂਟ ਹੈ ਆਪਸ਼ਨ ਡੀ, ਦ ਵੂਮਨ ਲਾਈਕਡ ਦਾ ਆਈਡੀਆ। क्वेश्चन नंबर 20 है चूज द करेक्ट ऑप्शन। ए सिल्क क्लोथ इज डैश देन ए कॉटन क्लोथ। इन्होंने सानू ये किया है भी सानू करैक्ट ऑप्शन जो है चूज करना है। तो ए सिल्क क्लोथ इज डैश देन ए कॉटन क्लोथ।
ਵੀ ਜੋ ਇੱਕ ਸਿਲਕ ਵਾਲਾ ਜੋ ਕਪੜਾ ਹੁੰਦਾ ਹੈ ਯਾਨੀ ਕਿ ਕਲੋਥ ਹੁੰਦਾ ਹੈ ਉਹ ਜੋ ਹੈ ਕੋਟਨ ਕਲੋਥ ਤੋਂ ਜੋ ਹੈ ਅਸੀਂ ਕੰਪੈਰੀਜ਼ਨ ਕਰਨਾ ਹੈ, ਕੋਟਨ ਕਲੋਥ ਦਾ ਸਿਲਕ ਕਲੋਥ ਦੇ ਨਾਲ ਕੰਪੈਰੀਜ਼ਨ ਕਰਨਾ ਹੈ। ਜਦ ਵੀ ਕੰਪੈਰੀਜ਼ਨ ਦੀ ਗੱਲ ਆਏਗੀ ਤਾਂ ਅਸੀਂ ਜੋ ਹੈ ਐਡਜੈਕਟਿਵ ਦੇ ਨਾਲ ਜੋ ਹੈ ਅਸੀਂ ਤੁਸੀਂ ਪੜ੍ਹਿਆ ਹੋਣਾ ਹੈ, ਇੱਕ ਤਾਂ ਕੰਪੈਰੀਟਿਵ ਜੋ ਹੈ ਐਡਜੈਕਟਿਵ ਹੁੰਦਾ ਹੈ ਤੇ ਇੱਕ ਸੁਪਰਲੇਟਿਵ ਐਡਜੈਕਟਿਵ ਹੁੰਦਾ ਹੈ। ਇੱਥੇ ਅਸੀਂ ਜੋ ਹੈ ਕੰਪੈਰੀਟਿਵ ਜੋ ਐਡਜੈਕਟਿਵ ਹੈ ਤਾਂ ਜੋ ਕੰਪੈਰੀਟਿਵ ਡਿਗਰੀ ਹੁੰਦੀ ਹੈ ਐਡਜੈਕਟਿਵ ਦੀ ਉਹ ਅਸੀਂ ਯੂਜ਼ ਕਰਾਂਗੇ, ਯਾਨੀ ਕਿ ਸੌਫਟ ਦੇ ਨਾਲ ER ਲੱਗ ਜਾਂਦਾ ਹੈ ਤਾਂ ਸਾਡਾ ਸਹੀ ਆਨਸਰ ਹੋਏਗਾ, ਕਿਉਂਕਿ ਇੱਥੇ ਅਸੀਂ ਕੰਪੈਰੀਜ਼ਨ ਕਰਨਾ ਹੈ। ਤਾਂ ਇਸੇ ਕਰਕੇ ਅਸੀਂ ਜੋ ਹੈ ਕੰਪੈਰੀਟਿਵ ਡਿਗਰੀ ਵਾਲਾ ਐਡਜੈਕਟਿਵ ਯੂਜ਼ ਕਰਾਂਗੇ। ਤੇ ਕੰਪੈਰੀਟਿਵ ਡਿਗਰੀ ਵਾਲਾ ਐਡਜੈਕਟਿਵ ਦੇ ਵਿੱਚ ਕੀ ਹੁੰਦਾ ਹੈ ਵੀ ਜਿਵੇਂ ਸੌਫਟ ਹੋ ਗਿਆ ਉਹ ਤਾਂ ਐਡਜੈਕਟਿਵ ਹੈ, ਠੀਕ ਹੈ। ਐਡਜੈਕਟਿਵ ਮੀਨਸ ਕਿ ਅਸੀਂ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸ ਰਹੇ ਹਾਂ। ਤੇ ਕੰਪੈਰੀਟਿਵ ਐਡਜੈਕਟਿਵ ਦੇ ਵਿੱਚ ਕੀ ਹੁੰਦਾ ਹੈ ਵੀ ਸੌਫਟ ਦੇ ਨਾਲ ER ਵਰਡ ਲੱਗ ਜਾਂਦਾ ਹੈ। ਜਿਹੜਾ ਇੱਥੇ ਵਰਡ ਆ ਰਿਹਾ ਹੈ ਨਾ THAN ਦੈਨ, ਠੀਕ ਹੈ, ਦੈਨ ਇਹ ਜੋ ਹੈ ਅਸੀਂ ਵਰਡ ਤਾਂ ਯੂਜ਼ ਕਰਦੇ ਹਾਂ ਅਗਰ ਅਸੀਂ ਕੰਪੈਰੀਜ਼ਨ ਕਰਨਾ ਹੋਏ। ਕੰਪੈਰੀਜ਼ਨ ਅਸੀਂ ਇੱਥੇ ਕਿਸ ਦਾ ਕਰ ਰਹੇ ਹਾਂ, ਸਿਲਕ ਕਲੋਥ ਤੇ ਕੋਟਨ ਕਲੋਥ ਦਾ ਕਰ ਰਹੇ ਹਾਂ, ਠੀਕ ਹੈ। ਵੀ ਜੋ ਸਿਲਕ ਕਲੋਥ ਹੈ ਉਹ ਸੌਫਟਰ ਹੁੰਦਾ ਹੈ ਦੈਨ ਏ ਕੋਟਨ ਕਲੋਥ। ਇਹ ਸਿਲਕ ਕਲੋਥ ਇਜ਼ ਸੌਫਟਰ ਦੈਨ ਏ ਕੋਟਨ ਕਲੋਥ। ਇੱਥੇ ਅਸੀਂ ਜੋ ਹੈ ਜੋ ਕੰਪੈਰੀਟਿਵ ਜੋ ਐਡਜੈਕਟਿਵ ਹੁੰਦਾ ਹੈ, ਕੰਪੈਰੀਟਿਵ ਡਿਗਰੀ ਹੁੰਦੀ ਹੈ ਐਡਜੈਕਟਿਵ ਦੀ, ਉਹ ਅਸੀਂ ਯੂਜ਼ ਕੀਤੀ ਹੈ ਸੌਫਟਰ, ਠੀਕ ਹੈ। ਇਹ ਸਿਲਕ ਕਲੋਥ ਇਜ਼ ਸੌਫਟਰ ਦੈਨ ਏ ਕੋਟਨ ਕਲੋਥ। ਸਾਡਾ ਜੋ ਆਪਸ਼ਨ B ਹੈ ਉਹ ਸਹੀ ਆਨਸਰ ਹੈ। ਇਹ ਸਿਲਕ ਕਲੋਥ ਇਜ਼ ਸੌਫਟਰ ਦੈਨ ਏ ਕੋਟਨ ਕਲੋਥ। ਜੋ ਇਹ ਵਰਡ ਹੈ THAN, ਇਸ ਨੂੰ ਦੇਖ ਕੇ ਸਮਝ ਆਇਆ ਕਰੋ ਵੀ ਇੱਥੇ ਅਸੀਂ ਜੋ ਹੈ ਕੰਪੈਰੀਜ਼ਨ ਕਰਨ ਜਾ ਰਹੇ ਹਾਂ ਕਿਸੇ ਦੋ ਚੀਜ਼ਾਂ ਦਾ, ਠੀਕ ਹੈ। ਤੇ ਉਹ ਦੋ ਚੀਜ਼ਾਂ ਇੱਥੇ ਕਿਹੜੀਆਂ ਨੇ, ਇੱਕ ਤਾਂ ਸਿਲਕ ਕਲੋਥ ਹੈ ਤੇ ਦੋ ਚੀਜ਼ਾਂ ਉਹ ਕਿਹੜੀਆਂ ਨੇ, ਇੱਕ ਤਾਂ ਸਿਲਕ ਕਲੋਥ ਹੈ ਤੇ ਇੱਕ ਜੋ ਹੈ ਕੋਟਨ ਕਲੋਥ ਹੈ। ਇਹਨਾਂ ਦੋ ਦਾ ਜੋ ਹੈ ਕੰਪੈਰੀਜ਼ਨ ਹੋ ਰਿਹਾ ਹੈ। A silk cloth is softer than a cotton cloth. Option B is the right answer. Section D, question number 21. Answer the following questions. Any 4 ਸਾਨੂੰ ਜੋ ਹੈ ਕੋਈ 4 ਹੀ ਕੁਐਸਚਨ ਕਰਨੇ ਨੇ ਇਹਨਾਂ ਦੇ ਵਿੱਚੋਂ ਤੇ ਹਰ ਇੱਕ ਕੁਐਸਚਨ ਦੇ ਜੋ ਹੈ 2.5 ਨੰਬਰ ਨੇ, 2.5 ਮਾਰਕਸ ਨੇ ਤੇ 4 ਕੁਐਸਚਨਸ ਅਸੀਂ ਕਰਨੇ ਨੇ। ਤੇ ਅਗਰ ਅਸੀਂ 2.5 ਨੂੰ ਯਾਨੀ ਕਿ 2.5 ਨੂੰ ਜੋ ਹੈ ਅਗਰ 4 ਨਾਲ ਗੁਣਾ ਕਰਦੇ ਹਾਂ, ਮਲਟੀਪਲਾਈ ਕਰਦੇ ਹਾਂ ਤਾਂ ਸਾਨੂੰ ਜੋ ਹੈ ਇਹ ਸੈਕਸ਼ਨ ਡੀ ਕਰਨ ਦੇ ਜੋ ਹੈ 10 ਨੰਬਰ ਯਾਨੀ ਕਿ 4 ਕੁਐਸਚਨ ਕਰਨ ਦੇ ਸਾਨੂੰ ਜੋ ਹੈ 10 ਨੰਬਰ ਮਿਲਣਗੇ। ਹਾਂਜੀ, ਪਹਿਲਾ ਕੁਐਸਚਨ ਹੈ ਜੀ, what does the child see in the sky? ਤੇ ਇਹ ਜੋ ਹੈ ਚੈਪਟਰ ਜੋ ਹੈ ਉਹ ਚਾਈਲਡ ਐਂਡ ਗ੍ਰੈਂਡਮਾ, ਜੋ ਇਹ ਪੋਇਮ ਹੈਗੀ ਸੀ ਸਾਡੇ ਕੋਲ ਚਾਈਲਡ ਐਂਡ ਗ੍ਰੈਂਡਮਾ ਵਾਲੀ, ਉਸ ਦੇ ਵਿੱਚੋਂ ਜੋ ਹੈ ਕੁਐਸਚਨ ਆਇਆ ਹੈ। ਫਰਸਟ ਕੁਐਸਚਨ ਹੈ ਜੀ, what does the child see in the sky? ਵੀ ਜੋ ਬੱਚਾ ਸੀ ਉਸ ਨੂੰ ਸਕਾਈ ਦੇ ਵਿੱਚ ਯਾਨੀ ਕਿ ਅਸਮਾਨ ਦੇ ਵਿੱਚ ਕੀ ਕੁਝ ਨਜ਼ਰ ਆਉਂਦਾ ਹੈ। ਇਹਦਾ ਆਨਸਰ ਹੈ ਜੀ, ਆਨਸਰ the child sees bird like machines in the sky but they have no eyes। ਵੀ ਜਿਹੜਾ ਬੱਚਾ ਹੈ, ਜਿਹੜਾ ਚਾਈਲਡ ਹੈ, ਉਸ ਨੂੰ ਜੋ ਹੈ ਅਸਮਾਨ ਦੇ ਵਿੱਚ ਬਰਡ ਲਾਈਕ ਮਸ਼ੀਨਸ ਯਾਨੀ ਕਿ ਪੰਛੀਆਂ ਵਰਗੀਆਂ ਮਸ਼ੀਨਾਂ ਅਸਮਾਨ ਦੇ ਵਿੱਚ ਨਜ਼ਰ ਆਉਂਦੀਆਂ ਨੇ, ਬਟ ਦੇ ਹੈਵ ਨੋ ਆਈਜ਼, ਪਰ ਉਹਨਾਂ ਦੀਆਂ ਅੱਖਾਂ ਨਹੀਂ ਨੇ। ਇੱਥੇ ਜਿਹੜੀ ਇਹ ਬਰਡ ਲਾਈਕ ਮਸ਼ੀਨਸ ਨੇ ਤੇ ਇੱਥੇ ਬਰਡ ਲਾਈਕ ਮਸ਼ੀਨਸ ਦਾ ਜੋ ਮੀਨਿੰਗ ਹੈ ਉਹ ਐਰੋਪਲੇਨਸ ਤੋਂ ਹੈ, ਪਰ ਅਸੀਂ ਇੱਥੇ ਐਰੋਪਲੇਨਸ ਵਰਡ ਨਹੀਂ ਯੂਜ਼ ਕਰਾਂਗੇ ਕਿਉਂਕਿ ਪੋਇਮ ਦੇ ਵਿੱਚ ਜੋ ਹੈ ਬਰਡ ਲਾਈਕ ਮਸ਼ੀਨਸ ਵਰਡ ਯੂਜ਼ ਹੋਇਆ ਹੈ, ਠੀਕ ਹੈ। ਬਰਡ ਲਾਈਕ ਮਸ਼ੀਨਸ ਕਿ ਇਦਾਂ ਦੀ ਮਸ਼ੀਨਾਂ ਜੋ ਕਿ ਪੰਛੀਆਂ ਵਰਗੀਆਂ ਨੇ ਅਸਮਾਨ ਦੇ ਵਿੱਚ, ਉਹ ਕਿਹੜੀਆਂ ਨੇ, ਐਰੋਪਲੇਨਸ ਨੇ। ਤੇ ਤੁਹਾਨੂੰ ਪਤਾ ਹੀ ਹੈ ਵੀ ਜੋ ਐਰੋਪਲੇਨ ਹੁੰਦਾ ਹੈ ਉਸ ਦੀਆਂ ਅੱਖਾਂ ਤਾਂ ਹੁੰਦੀਆਂ ਨਹੀਂ ਹੈ ਤੇ ਤਾਂ ਹੀ ਕਰਕੇ ਜੋ ਵਰਡ ਅੱਗੇ ਜੋ ਲਾਈਨ ਲਿਖੀ ਗਈ ਹੈ ਬਟ ਦੇ ਹੈਵ ਨੋ ਆਈਜ਼, ਵੀ ਜੋ ਬੱਚਾ ਹੈ, ਜਵਾਕ ਹੈ, ਉਸ ਨੂੰ ਬਰਡ ਲਾਈਕ ਮਸ਼ੀਨਸ ਯਾਨੀ ਕਿ ਪੰਛੀ ਵਰਗੀਆਂ ਮਸ਼ੀਨਾਂ ਅਸਮਾਨ ਦੇ ਵਿੱਚ ਨਜ਼ਰ ਤਾਂ ਆ ਰਹੀਆਂ ਨੇ ਤੇ ਉਹਨਾਂ ਦੀਆਂ ਅੱਖਾਂ ਨਹੀਂ ਨੇ ਕਿਉਂਕਿ ਐਰੋਪਲੇਨ ਦੀਆਂ ਅੱਖਾਂ ਨਹੀਂ ਹੁੰਦੀਆਂ। ਸੈਕਿੰਡ ਕੁਐਸਚਨ ਹੈ ਜੀ, ਹੂ ਲਾਈਕਡ ਦਾ ਟੋਲ ਬਿਲਡਿੰਗਸ? ਤੇ ਜੋ ਚੈਪਟਰ ਹੈ ਜੀ ਇਹ ਟੂ ਫਰੋਗਸ ਜੋ ਚੈਪਟਰ ਹੈ ਉਸ ਦੇ ਵਿੱਚੋਂ ਇਹ ਕੁਐਸਚਨ ਆਇਆ ਹੈ ਜੀ। ਤੇ ਇਸ ਕੁਐਸਚਨ ਦਾ ਮੀਨਿੰਗ ਕੀ ਹੈ, ਹੂ ਲਾਈਕਡ ਦਾ ਟੋਲ ਬਿਲਡਿੰਗਸ? ਵੀ ਜਿਹੜੀ ਉੱਚੀਆਂ ਉੱਚੀਆਂ ਇਮਾਰਤਾਂ ਸਨ ਉਹ ਕਿਸ ਨੂੰ ਜੋ ਹੈ ਪਸੰਦ ਆਈਆਂ ਸਨ? ਤਾਂ ਇਹਦਾ ਆਨਸਰ ਹੈ ਜੀ, ਫਰੋਗ ਪਾਲਾ ਲਾਈਕਡ ਦਾ ਟੋਲ ਬਿਲਡਿੰਗਸ। ਵੀ ਜਿਹੜਾ ਪਾਲਾ ਹੈਗਾ ਸੀ, ਡੱਡੂ ਪਾਲਾ, ਉਸ ਨੂੰ ਜੋ ਹੈ ਉੱਚੀਆਂ ਇਮਾਰਤਾਂ ਯਾਨੀ ਕਿ ਟੋਲ ਬਿਲਡਿੰਗਸ ਪਸੰਦ ਆਈਆਂ ਸਨ। ਲਾਈਕਡ ਹੁੰਦਾ ਹੈ ਪਸੰਦ ਆਉਣਾ। ਕੁਐਸਚਨ ਨੰਬਰ 3 ਹੈ ਜੀ, ਹਾਊ ਓਲਡ ਵਾਸ ਸੋਨੀਆ? ਹਾਊ ਓਲਡ ਵਾਸ ਸੋਨੀਆ? ਵੀ ਜੋ ਸੋਨੀਆ ਹੈ ਉਹਦੀ ਏਜ ਕਿੰਨੀ ਹੈ, ਉਹਦੀ ਉਮਰ ਕਿੰਨੀ ਹੈ? ਤੇ ਜੋ ਚੈਪਟਰ ਹੈ ਜੀ ਉਹ ਚੈਪਟਰ ਦਾ ਨਾਮ ਹੈ ਸੇਫ ਸਰਕਲ। ਹਾਂਜੀ, ਇਹਦਾ ਆਨਸਰ ਕੀ ਹੈ, ਸੋਨੀਆ ਵਾਸ 6 years old। ਵੀ ਜੋ ਸੋਨੀਆ ਸੀ ਉਹ 6 ਸਾਲਾਂ ਦੀ ਸੀ, ਠੀਕ ਹੈ। ਉਹਨਾਂ ਨੇ ਸਾਡੇ ਕੋਲ ਸੋਨੀਆ ਦੀ ਜੋ ਹੈ
ਏਜ यानी कि उम्र पूछी सी तो ਅਸੀਂ आंसर देवांगे सोनिया वाज 6 years old। सोनिया जो है वो 6 साल दी सी। नेक्स्ट क्वेश्चन नंबर 4 है जी व्हाट इज अ बैंक। ਤੇ ਚੈਪਟਰ ਦਾ ਨਾਮ ਹੈ ਦ ਬੈਂਕ ਆਵਰ ਨੀਡ। ਵਟ ਇਜ਼ ਅ ਬੈਂਕ, ਇੱਕ ਬੈਂਕ ਕੀ ਹੁੰਦਾ ਹੈ? ਆਨਸਰ ਹੈ ਏ ਬੈਂਕ ਇਜ਼ ਅ ਸੇਫ ਪਲੇਸ ਵੇਅਰ ਵੀ ਕੈਨ ਸੇਵ ਆਵਰ ਮਨੀ। ਇੱਕ ਬੈਂਕ ਜੋ ਹੈ ਉਹ ਇੱਕ ਸੇਫ ਯਾਨੀ ਕਿ ਸੁਰੱਖਿਅਤ ਪਲੇਸ यानी कि ਥਾਂ ਵੀ ਇੱਕ ਜੋ ਬੈਂਕ ਹੈ ਉਹ ਜੋ ਹੈ ਇੱਕ ਸੁਰੱਖਿਅਤ ਥਾਂ ਹੁੰਦੀ ਹੈ ਵੇਅਰ ਵੀ ਕੈਨ ਸੇਵ ਆਵਰ ਮਨੀ, ਜਿੱਥੇ ਅਸੀਂ ਆਪਣੇ ਪੈਸਿਆਂ ਦੀ ਰੁਪਇਆਂ ਦੀ ਜੋ ਹੈ ਬਚਤ ਕਰਕੇ ਰੱਖ ਸਕਦੇ ਹਾਂ। ਤਾਂ ਬੈਂਕ ਜੋ ਹੈ ਇੱਕ ਸੁਰੱਖਿਅਤ ਥਾਂ ਹੁੰਦੀ ਹੈ ਜਿੱਥੇ ਅਸੀਂ ਆਪਣੇ ਪੈਸਿਆਂ ਦੀ ਬਚਤ ਕਰਕੇ ਰੁਪਇਆਂ ਦੀ ਬਚਤ ਕਰਕੇ ਜੋ ਹੈ ਸੁਰੱਖਿਅਤ ਜੋ ਹੈ ਅਸੀਂ ਰੱਖ ਸਕਦੇ ਹਾਂ। क्वेश्चन नंबर 5 है what did the man make for them। ਤੇ ਚੈਪਟਰ ਦਾ ਨਾਮ ਹੈ the elves and the shoemaker। ਜਿਹੜਾ ਮੈਨ ਸੀ, ਇੱਥੇ ਮੈਨ ਤੋਂ ਭਾਵ ਕੀ ਹੈ? ਸ਼ੂਮੇਕਰ, ਠੀਕ ਹੈ ਵੀ ਜਿਹੜਾ ਜੁੱਤੇ ਬਣਾਉਣ ਵਾਲਾ ਸੀ ਉਸਨੇ what did the man make for them। ਤੇ ਇੱਥੇ ਜਿਹੜਾ them word ਆਇਆ ਹੈ ਉਹ ਕਿਹਦੇ ਵਾਸਤੇ ਹੈ? elves ਵਾਸਤੇ ਹੈ। ਜਿਹੜੇ ਐਲਫਸ ਹੈਗੇ ਸੀ ਉਹਨਾਂ ਨੇ ਸ਼ੂਮੇਕਰ ਦੀ ਹੈਲਪ ਕੀਤੀ ਸੀ ਉਸ ਨੂੰ ਜੋ ਹੈ ਰਿਚ ਬਣਾਉਣ ਦੇ ਵਿੱਚ ਯਾਨੀ ਕਿ ਉਸ ਨੂੰ ਅਮੀਰ ਬਣਾਉਣ ਦੇ ਵਿੱਚ। ਤੇ ਹੁਣ ਜੋ ਸ਼ੂਮੇਕਰ ਹੈ ਯਾਨੀ ਕਿ ਮੈਨ ਉਹ ਜੋ ਹੈ ਬਦਲੇ ਦੇ ਵਿੱਚ ਜੋ ਹੈ ਉਹਨਾਂ ਨੂੰ ਕੁਝ ਤੋਹਫੇ ਦੇਣਾ ਚਾਹੁੰਦਾ ਹੈ, ਗਿਫਟਸ ਦੇਣਾ ਚਾਹੁੰਦਾ ਹੈ ਸ਼ੂਮੇਕਰ ਤੇ ਸ਼ੂਮੇਕਰ ਦੀ ਵਾਈਫ। ਤੇ ਸ਼ੂਮੇਕਰ ਜੋ ਹੈ ਕੀ ਗਿਫਟ ਦਿੰਦਾ ਹੈ ਉਹਨਾਂ ਐਲਫਸ ਨੂੰ ਜਿਨ੍ਹਾਂ ਨੇ ਸ਼ੂਮੇਕਰ ਦੀ ਹੈਲਪ ਕੀਤੀ ਸੀ? ਤਾਂ ਆਨਸਰ ਹੈ ਜੀ ਦਾ ਮੈਨ ਯਾਨੀ ਕਿ ਸ਼ੂਮੇਕਰ the man made 2 little pairs of shoes for them। ਵੀ ਜਿਹੜੇ ਐਲਸ ਹੈਗੇ ਸੀ, ਦੇਖੋ ਇੱਥੇ ਜੋ ਵਰਡ ਹੈ them, ਜਿਹੜਾ ਇਹ ਵਰਡ ਹੈ them, ਇਹ ਵਰਡ ਯੂਜ਼ ਹੋਇਆ ਹੈ ਐਲਸ ਵਾਸਤੇ। ਜਿਹੜੇ ਉਹ ਦੋ ਐਲਫਸ ਹੈਗੇ ਸੀ ਕਹਾਣੀ ਦੇ ਵਿੱਚ ਤੇ ਜਿਹੜਾ ਮੈਨ ਹੈ ਉਹ ਸ਼ੂਮੇਕਰ ਹੈ, ਠੀਕ ਹੈ। ਜਿਹੜਾ ਸ਼ੂਮੇਕਰ ਹੈ the man made 2 little pairs of shoes for them। ਵੀ ਜਿਹੜਾ ਸ਼ੂਮੇਕਰ ਹੈ ਉਹ ਜੋ ਹੈ ਦੋ ਜੋੜੇ ਜੋ ਹੈ ਜੁੱਤਿਆਂ ਦੇ ਬਣਾਉਂਦਾ ਹੈ ਐਲਫਸ ਵਾਸਤੇ, ਠੀਕ ਹੈ। ਦ ਮੈਨ ਮੇਡ 2 ਲਿਟਲ ਪੇਅਰਸ ਆਫ ਸ਼ੂਜ਼ ਫॉर them। ਵੀ ਜਿਹੜਾ ਸ਼ੂਮੇਕਰ ਹੈ ਉਹ ਦੋ ਜੋੜੇ ਜੁੱਤਿਆਂ ਦੇ ਬਣਾਉਂਦਾ ਹੈ ਐਲਫਸ ਵਾਸਤੇ, ਉਹਨਾਂ ਨੂੰ ਗਿਫਟ ਦੇਣ ਵਾਸਤੇ, ਕਿਉਂਕਿ ਉਹਨਾਂ ਨੇ ਹੈਲਪ ਕੀਤੀ ਸੀ ਸ਼ੂਮੇਕਰ ਦੀ ਅਮੀਰ ਬਣਾਉਣ ਦੇ ਵਿੱਚ, ਠੀਕ ਹੈ। ਹਾਂਜੀ क्वेश्चन नंबर 6 है when was बीरबल born। ਵੀ ਜੋ ਬੀਰਬਲ ਹੈ ਉਹਦਾ ਜਨਮ ਜੋ ਹੈ ਉਹ ਕਦੋਂ ਹੋਇਆ ਸੀ? ਤੇ ਇਹ ਜੋ ਚੈਪਟਰ ਹੈ ਚੈਪਟਰ ਦਾ ਨਾਮ ਹੈ ਰਾਜਾ ਬੀਰਬਲ। ਬ੍ਰੈਕਟ ਦੇ ਵਿੱਚ ਜੋ ਲਿਖਿਆ ਗਿਆ ਹੈ ਉਹ ਚੈਪਟਰ ਦਾ ਨਾਮ ਹੈ ਵੀ ਇਹ ਕੁਐਸਚਨ ਜਿਸ ਚੈਪਟਰ ਦੇ ਵਿੱਚੋਂ ਲਿੱਤਾ ਗਿਆ ਹੈ। when was ਬੀਰਬਲ born ਵੀ ਜੋ ਬੀਰਬਲ ਹੈ ਉਹ ਕਦੋਂ ਜੋ ਹੈ ਜੰਮਿਆ ਸੀ? ਤਾਂ ਸਾਨੂੰ ਜੋ ਹੈ ਜੋ ਉਸਦਾ ਡੇਟ ਆਫ ਬਰਥ ਹੈ, ਡੇਟ ਆਫ ਬਰਥ ਮੀਨਸ ਕਿ ਜੋ ਉਸਦਾ ਬਰਥ ਈਅਰ ਹੈ, ਜਿਸ ਸਾਲ ਦੇ ਵਿੱਚ ਉਹ ਜੰਮਿਆ ਸੀ ਸਾਨੂੰ ਉਹ ਸਾਲ ਦੱਸਣਾ ਹੈ। ਤਾਂ ਆਨਸਰ ਕੀ ਹੈ? ਬੀਰਬਲ ਵਾਸ ਬੋਰਨ ਇਨ 1528। ਵੀ 1528 ਦੇ ਵਿੱਚ ਜੋ ਹੈ ਬੀਰਬਲ ਜੋ ਹੈ ਉਹ ਜੰਮਿਆ ਸੀ, ਠੀਕ ਹੈ। ਬੀਰਬਲ ਵਾਸ ਬੋਰਨ ਇਨ 1528। ਜੋ ਬੀਰਬਲ ਹੈ ਉਹ 1528 ਦੇ ਵਿੱਚ ਜੋ ਹੈ ਜੰਮਿਆ ਸੀ। ਹਾਂਜੀ क्वेश्चन नंबर 22 है राइट द नेम्स ऑफ पब्लिक प्लेसेस एनी 5। ਤੇ ਇੱਕ ਇੱਕ ਪਲੇਸ ਦੇ ਨਾਂ ਦਾ ਸਾਨੂੰ ਜੋ ਹੈ ਇੱਕ ਨੰਬਰ ਮਿਲੂਗਾ। ਇਦਾਂ ਕਰਕੇ ਅਸੀਂ 5 ਜੋ ਹੈ ਪਬਲਿਕ ਪਲੇਸਿਸ ਦੇ ਨਾਂ ਦੱਸਣੇ ਹੈ ਤੇ ਸਾਨੂੰ ਜੋ ਹੈ 5 ਯਾਨੀ ਕਿ 5 ਮਾਰਕਸ ਮਿਲਣਗੇ ਇਸ ਕੁਐਸਚਨ ਨੂੰ ਅਟੈਂਪਟ ਯਾਨੀ ਕਿ ਕਰਨ ਦੇ। ਦੇਖੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵੀ ਇਹਨਾਂ ਨੇ ਸਾਨੂੰ ਕਿਹਾ ਹੈ ਰਾਈਟ ਦਾ ਨੇਮਸ ਆਫ ਪਬਲਿਕ ਪਲੇਸਿਸ। ਹੁਣ ਗੱਲ ਇਹ ਆਉਂਦੀ ਹੈ ਵੀ ਪਬਲਿਕ ਪਲੇਸ ਕਿਹਾ ਕਿਸ ਨੂੰ ਜਾਂਦਾ ਹੈ, ਵੀ ਕਿਹੜੇ ਪਲੇਸਿਸ ਜੋ ਹੈ ਕਿਹੜੀਆਂ ਥਾਵਾਂ ਜੋ ਹੈ ਉਹ ਪਬਲਿਕ ਪਲੇਸਿਸ ਕਹਿਲਾਉਂਦੀਆਂ ਨੇ। ਤਾਂ ਸਿੰਪਲ ਜਿਹਾ ਆਨਸਰ ਹੈ, ਦੇਖੋ ਜਿਵੇਂ ਵਰਡ ਜੋ ਹੈ ਪਬਲਿਕ ਪਲੇਸ ਵੀ ਇਦਾਂ ਦਾ ਪਲੇਸ, ਇਦਾਂ ਦੀ ਥਾਂ ਜੋ ਪਬਲਿਕ ਵਾਸਤੇ ਹੋਵੇ, ਠੀਕ ਹੈ। ਪਬਲਿਕ ਯਾਨੀ ਕਿ ਜੋ ਆਮ ਬੰਦੇ ਵਾਸਤੇ ਹੋਵੇ, ਵੀ ਇਦਾਂ ਦੀਆਂ ਥਾਵਾਂ ਜਿੱਥੇ ਆਮ ਬੰਦਾ ਜੋ ਹੈ ਜਾ ਸਕੇ ਤੇ ਉਹਨਾਂ ਨੂੰ ਜੋ ਹੈ ਪਬਲਿਕ ਪਲੇਸ ਕਿਹਾ ਜਾਂਦਾ ਹੈ, ਠੀਕ ਹੈ। ਵੀ ਇਦਾਂ ਦੇ ਪਲੇਸਿਸ ਜੋ ਆਮ ਜੋ ਪਬਲਿਕ ਹੁੰਦੀ ਹੈ ਉਹਨਾਂ ਵਾਸਤੇ ਬਣੇ ਹੋਣ। ਤਾਂ ਇਵੇਂ ਦੇ ਕਿਹੜੇ ਪਲੇਸਿਸ ਨੇ, ਇਵੇਂ ਦੀ ਕਿਹੜੀ ਥਾਵਾਂ ਨੇ ਜਿੱਥੇ ਆਮ ਬੰਦਾ ਜੋ ਹੈ ਜਾ ਸਕਦਾ ਹੈ? फर्स्ट लाइब्रेरी, ठीक है, लाइब्रेरी ਹੁੰਦੀ है, ठीक है। सेकंड की है पोस्ट ऑफिस है, थर्ड की है बैंक है, फोर्थ की है जू है, फिफ्थ की है हॉस्पिटल है। फर्स्ट लाइब्रेरी, सेकंड पोस्ट ऑफिस, थर्ड बैंक, फोर्थ जू, फिफ्थ हॉस्पिटल। क्वेश्चन नंबर 23 है जी राइट 2 सेंटेंसेस फॉर द गिवन पिक्चर। सानू जो है नीचे एक ये जो है पिक्चर
ਦਿਖਾਈ ਗਈ ਹੈ ਇਸ ਨੂੰ ਵੇਖ ਕੇ ਸਾਨੂੰ ਜੋ ਹੈ ਦੋ ਸੈਂਟੈਂਸਸ ਲਿਖਣੇ ਹੈ ਠੀਕ ਹੈ ਔਰ ਇਸ ਪਿਕਚਰ ਨੂੰ ਦੇਖ ਕੇ ਲਿਖਣੇ ਹੈ ਵੀ ਇਸ ਪਿਕਚਰ ਦੇ ਵਿੱਚ ਜੋ ਕੁਝ ਵਿਖਾਇਆ ਗਿਆ ਹੈ ਉਸ ਨੂੰ ਅਸੀਂ ਸੈਂਟੈਂਸਸ ਦੇ ਵਿੱਚ ਲਿਖ ਦੇਣਾ ਹੈ ਤੇ ਇੱਕ ਸੈਂਟੈਂਸ ਦੇ ਸਾਨੂੰ ਜੋ ਹੈ 2.5 ਨੰਬਰ ਯਾਨੀ ਕਿ 2.5 ਮਾਰਕਸ ਮਿਲਣਗੇ ਤੇ ਦੋ ਸੈਂਟੈਂਸਸ ਲਿਖ ਕੇ ਸਾਨੂੰ 2 ਮਲਟੀਪਲਾਈਡ ਬਾਈ 2.5 ਯਾਨੀ ਕਿ 2.5 ਨੂੰ ਅਸੀਂ 2 ਨਾਲ ਗੁਣਾ ਕਰਾਂਗੇ ਤਾਂ ਸਾਨੂੰ ਜੋ ਹੈ 5 ਮਾਰਕਸ ਯਾਨੀ ਕਿ 5 ਨੰਬਰ ਕੁੱਲ ਜੋ ਹੈ ਟੋਟਲ ਜੋ ਹੈ ਮਿਲਣਗੇ ਇਸ ਕੁਐਸਚਨ ਨੂੰ ਕੁਐਸਚਨ ਨੰਬਰ 23 ਨੂੰ ਕਰਨ ਦੇ ਦੋ ਸੈਂਟੈਂਸਸ ਨੂੰ ਲਿਖਣ ਦੇ 5 ਮਾਰਕਸ ਮਿਲਣਗੇ ਹਾਂਜੀ ਜ਼ਰਾ ਇਸ ਫਿਗਰ ਨੂੰ ਚੰਗੀ ਤਰ੍ਹਾਂ ਦੇਖੋ ਇਸ ਫਿਗਰ ਦੇ ਵਿੱਚ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਦੇਖੋ ਇੱਕ ਤਾਂ ਇਹ ਮਾਰਕੀਟ ਹੈ ਤੇ ਮਾਰਕੀਟ ਦੇ ਵਿੱਚ ਕਈ ਸਾਰੇ ਲੋਕ ਨੇ ਠੀਕ ਹੈ ਤੁਹਾਨੂੰ ਨਜ਼ਰ ਆ ਗਿਆ ਹੋਣਾ ਹੈ ਵੀ ਕਈ ਸਾਰੇ ਜੋ ਹੈ ਲੋਕ ਨੇ ਇਸ ਮਾਰਕੀਟ ਦੇ ਵਿੱਚ ਤਾਂ ਪਹਿਲਾਂ ਤਾਂ ਅਸੀਂ ਲਿਖਾਂਗੇ ਵੀ ਇਹ ਜੋ ਹੈ ਇੱਕ ਮਾਰਕੀਟ ਹੈ ਤੇ ਇਸ ਦੇ ਵਿੱਚ ਕਈ ਸਾਰੇ ਲੋਕ ਨੇ ਇਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਲਿਖਣਾ ਹੈ ਸੈਂਟੈਂਸ ਬਣਾ ਕੇ ਸੈਕਿੰਡ ਅਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹਾਂ ਵੀ ਦੇਖੋ ਮੈਂ ਨਾ ਇਸ ਗ੍ਰੀਨ ਸਰਕਲ ਦੇ ਨਾਲ ਇੱਕ ਬੱਚੇ ਨੂੰ ਜੋ ਹੈ ਵਿਖਾਇਆ ਹੈ ਤੁਸੀਂ ਦੇਖ ਸਕਦੇ ਹੋ ਵੀ ਇਸ ਬੱਚੇ ਦੇ ਹੱਥ ਦੇ ਵਿੱਚ ਜੋ ਹੈ ਦੋ ਯਾਨੀ ਕਿ ਦੋ ਆਈਸਕ੍ਰੀਮਸ ਨੇ 2 ਆਈਸਕ੍ਰੀਮਸ ਨੇ ਤਾਂ ਸੈਕਿੰਡ ਅਸੀਂ ਇਹ ਲਿਖਾਂਗੇ ਵੀ ਇੱਕ ਬੱਚਾ ਹੈ ਜਿਸ ਦੇ ਹੈਂਡਸ ਦੇ ਵਿੱਚ 2 ਆਈਸਕ੍ਰੀਮਸ ਨੇ ਤਾਂ ਦੋ ਸੈਂਟੈਂਸ ਅਸੀਂ ਜੋ ਹੈ ਬਣਾਣੇ ਹੈ ਪਹਿਲਾ ਸੈਂਟੈਂਸ ਇਹੀ ਹੋਊਗਾ ਵੀ ਇਸ ਮਾਰਕੀਟ ਦੇ ਵਿੱਚ ਕਈ ਸਾਰੇ ਲੋਕ ਜੋ ਹੈ ਹੈਗੇ ਨੇ ਸੈਕਿੰਡ ਵੀ ਇੱਕ ਬੱਚਾ ਵੀ ਹੈ ਜਿਸ ਦੇ ਹੱਥ ਦੇ ਵਿੱਚ ਜੋ ਹੈ 2 ਆਈਸਕ੍ਰੀਮਸ ਨੇ ਯਾਨੀ ਕਿ 2 ਆਈਸਕ੍ਰੀਮਸ ਨੇ हाँ जी फर्स्ट सेंटेंस जो मैं लिखा है देयर आर मैनी पीपल इन द मार्केट मैनी पीपल यानी कि बहुत सारे लोग मार्केट यानी कि जिवें तुसीं देख सकते हो भी ये जो है एक बाजार जा है देयर आर मैनी पीपल इन द मार्केट तो ये जो है फर्स्ट सेंटेंस मैं बनाया है भी इस मार्केट दे विच कई सारे लोग जो है हैगे ने देयर आर मैनी पीपल इन द मार्केट सेकंड की है ए बॉय हैज 2 आइसक्रीम्स इन हिज हैंड्स भी एक बच्चा है जिहदे हत्थां दे विच जो है 2 आइसक्रीम्स ने ए बॉय हैज 2 आइसक्रीम्स इन हिज हैंड्स भी एक बच्चा है जिसदे हाथ दे विच 2 आइसक्रीम्स ने सानू दो ही सेंटेंसेस बनाने सी जो है असी बना ले हैं हाँ जी अगला क्वेश्चन नंबर 24 है फिल इन द ब्लैंक्स विद वर्ड्स गिवन इन द हेल्प बॉक्स ते सानू जो है 5 जो है फिल इन द ब्लैंक्स वर्ड्स दे नाल जो है फिल करने हैं ते एक जो फिल इन द ब्लैंक्स है उसदे सानू जो है 2 नंबर यानी कि 2 मार्क्स मिलणगे ਤਾਂ ਇਦਾਂ ਦੇ 5 ਫਿਲ ਇਨ ਦਾ ਬਲੈਂਕਸ ਅਸੀਂ ਜਦੋਂ ਫਿਲ ਕਰ ਲਾਂਗੇ ਤਾਂ 5 ਮਲਟੀਪਲਾਈਡ ਬਾਈ 2 ਇਜ਼ ਇਕੁਅਲ ਟੂ 10 ਯਾਨੀ ਕਿ 10 ਨੰਬਰ ਮਿਲਣਗੇ ਸਾਨੂੰ 5 ਫਿਲ ਇਨ ਦਾ ਬਲੈਂਕਸ ਨੂੰ ਫਿਲ ਕਰਨ ਦੇ ਸਾਡੇ ਕੋਲ ਜੋ ਹੈ ਆਪਸ਼ਨਸ ਹੈ ਇੱਕ ਤਾਂ ਕੇਅਰਿੰਗ ਵਰਡ ਹੈ ਇੱਕ ਲਵ ਹੈ ਇੱਕ ਸਟੋਰੀਜ਼ ਹੈ ਇੱਕ ਵੈਰੀ ਹੈ ਤੇ ਇੱਕ 65 ਹੈ ਤੇ ਇੱਥੇ ਜੋ ਹੈ ਬੱਚਿਓ ਅਸੀਂ ਮਾਈ ਗ੍ਰੈਂਡ ਮਦਰ ਯਾਨੀ ਕਿ ਸਾਨੂੰ ਜੋ ਹੈ ਆਪਣੀ ਦਾਦੀ ਜੀ ਬਾਰੇ ਜੋ ਹੈ ਕੁਝ ਲਿਖਣਾ ਹੈ ਠੀਕ ਹੈ ਤੇ ਸਾਨੂੰ ਕੁਝ ਆਪਸ਼ਨਸ ਦਿੱਤੇ ਗਏ हैं केयरिंग लव स्टोरीज वेरी 65 ਇਹਨਾਂ ਨੂੰ ਅਸੀਂ ਜ਼ਰਾ ਸੋਚ ਸਮਝ ਕੇ ਜੋ ਹੈ ਫਿਲ ਕਰਨਾ ਹੈ हाँ जी देखो फर्स्ट है माई ग्रैंड मदर्स नेम इज मेरी दादी जी का नाम है ਇੱਥੇ ਜੋ ਹੈ ਬੱਚਿਓ ਤੁਸੀਂ ਆਪਣੀ ਦਾਦੀ ਜੀ ਦਾ ਨਾਮ ਜੋ ਹੈ ਫਿਲ ਕਰਨਾ ਹੈ ਭਰਨਾ ਹੈ ਜਿਵੇਂ ਮੇਰੀ ਦਾਦੀ ਜੀ ਦਾ ਨਾਮ ਹੈ ਸਰਦਾਰਨੀ ਜੀਵਨ ਕੌਰ ਤੇ ਮੈਂ ਜੋ ਹੈ ਆਪਣੀ ਦਾਦੀ ਜੀ ਦਾ ਨਾਮ ਜੋ ਹੈ ਇੱਥੇ ਭਰਾਂਗਾ ਠੀਕ ਹੈ ਤੁਸੀਂ ਬੱਚਿਓ ਆਪਣੀ ਦਾਦੀ ਜੀ ਦਾ ਇੱਥੇ ਜੋ ਹੈ ਨਾਮ ਲਿਖ ਸਕਦੇ ਹੋ ਠੀਕ ਹੈ ਮਾਈ ਗ੍ਰੈਂਡ ਮਦਰਸ ਨੇਮ ਇਜ਼ ਸਰਦਾਰਨੀ ਜੀਵਨ ਕੌਰ ਇਹ ਜੋ ਹੈ ਮੇਰੀ ਦਾਦੀ ਜੀ ਦਾ ਨਾਮ ਹੈ ਤੁਸੀਂ ਆਪਣੀ ਜੋ ਦਾਦੀ ਜੀ ਹੈ ਉਹਨਾਂ ਦਾ ਨਾਮ ਜੋ ਹੈ ਇਹ ਫਰਸਟ ਜੋ ਫਿਲ ਇਨ ਦਾ ਬਲੈਂਕਸ ਹੈ ਇੱਥੇ ਜੋ ਹੈ ਤੁਸੀਂ ਲਿਖਣਾ ਹੈ ਠੀਕ ਹੈ ਹਾਂਜੀ ਹੁਣ ਦੇਖੋ ਇਹ ਜੋ ਫਿਲ ਇਨ ਦਾ ਬਲੈਂਕਸ ਹੈ ਨਾ ਬੱਚਿਓ ਇਹ ਸਾਰੇ ਜੋ ਹੈ मतलब ਦਾਦੀ ਜੀ ਦੇ मतलब जो है नाल रिलेटेड है जो मतलब दादी जी हैं उन्होंने नाल रिलेटेड जो है ये फिल इन द ब्लैंक्स है सेकंड है शी इज डैश ईयर्स ओल्ड सानू हुण जो ये ऑप्शंस दिते गए हैं ना केयरिंग लव स्टोरीज वेरी 65 इन्हां दे विचों जो है सानू हुण नीचे वाले जो फिल इन द ब्लैंक्स हैं उन्हां नू सानू जो है फिल करना है हाँ जी सेकंड देखो शी इज डैश ईयर्स ओल्ड इत्थे जो है उम्र की गल हो रही है तो उम्र वाला सानू पता है भी साडे कोल जो है इक्को ही जो है आंसर है देख सकते हो तुसी ठीक है तो जो सेकंड वाला है शी इज डैश ईयर्स ओल्ड इत्थे असीं लिखांगे 65 जो ए है ना 65 ये सेकंड दे विच फिल होगा हाँ जी तो सेकंड दा आंसर बनेगा शी इज 65 ईयर्स ओल्ड भी जो मेरी दादी जी ने वो जो है 65 साल दे ने ठीक है 65 जो है ईयर्स उन्हां दी जो है एज है शी इज 65 ईयर्स ओल्ड अगला करते हैं जी शी टेल्स मी भी मेरी जो दादी जी हैं मैनू जो है वो दसदी ने देखो एक तो केयरिंग होंदा बच्चों देखभाल करना ठीक है लव होंदा प्यार ते स्टोरीज होंदा कहानियां ठीक है
ਤੇ ਵੈਰੀ ਜੋ ਹੈ ਅੱਗੇ ਤੁਹਾਨੂੰ ਪਤਾ ਚੱਲ ਜਾਏਗਾ। ਹਾਂਜੀ 65 ਇਹ ਤਾਂ ਏਜ ਨੂੰ ਜੋ ਹੈ ਰਿਪਰੈਜ਼ੈਂਟ ਕਰ ਰਿਹਾ ਹੈ। ਵੈਰੀ ਦਾ ਮਤਲਬ ਹੁੰਦਾ ਹੈ ਵੀ ਬਹੁਤ ਜ਼ਿਆਦਾ, ਠੀਕ ਹੈ, ਬਹੁਤ ਜ਼ਿਆਦਾ, ਕਾਫੀ ਸਾਰਾ। ਹਾਂਜੀ ਥਰਡ ਹੈ ਜੀ ਸ਼ੀ ਟੈਲਸ ਮੀ ਡੈਸ਼, ਵੀ ਮੇਰੀ ਜੋ ਦਾਦੀ ਜੀ ਨੇ ਮੈਨੂੰ ਜੋ ਹੈ ਦੱਸਦੀਆਂ ਨੇ, ਮੇਰੀ ਦਾਦੀ ਜੀ ਜੋ ਹੈ ਮੈਨੂੰ ਸੁਣਾਉਂਦੀਆਂ ਨੇ, ਠੀਕ ਹੈ। ਵੀ ਕੀ ਸੁਣਾਉਂਦੀ ਹੈ, ਮਤਲਬ ਮੇਰੀ ਜੋ ਦਾਦੀ ਜੀ ਹੈ ਉਹ ਮੈਨੂੰ ਕੀ ਸੁਣਾਉਂਦੀਆਂ ਨੇ, ਉਹ ਮੈਨੂੰ ਸਟੋਰੀਜ਼ ਸੁਣਾਉਂਦੀਆਂ ਨੇ, ਠੀਕ ਹੈ। ਮੇਰੀ ਜੋ ਦਾਦੀ ਜੀ ਹੈ ਉਹ ਮੈਨੂੰ ਸਟੋਰੀਜ਼ ਸੁਣਾਉਂਦੇ ਨੇ। ਹਾਂਜੀ ਸਟੋਰੀਜ਼ ਦਾ ਮੀਨਿੰਗ ਕੀ ਹੈ, ਕਹਾਣੀਆਂ, ਠੀਕ ਹੈ। ਸ਼ੀ ਟੈਲਸ ਮੀ ਸਟੋਰੀਜ਼, ਵੀ ਮੇਰੀ ਦਾਦੀ ਜੀ ਮੈਨੂੰ ਜੋ ਹੈ ਕਹਾਣੀਆਂ ਸੁਣਾਉਂਦੇ ਨੇ। ਨੈਕਸਟ ਹੈ क्वेश्चन नंबर 4 या फिल इन द ब्लैंक्स 4। शी इज वेरी, देखो इत्थे बच्चों असी किवें फिल करना है, देखो शी इज वेरी, वेरी मीनस शी इज वेरी, भी वो जो है बहुत ज़्यादा, अगे सानू फिल करना है तो इत्थे की आऊगा, इत्थे आऊगा केयरिंग, ये जो केयरिंग है ना इत्थे असी फिल करांगे। फोर्थ फिल इन द ब्लैंक्स विच शी इज़ वेरी केयरिंग, भी वो जो है साडी काफ़ी ज़्यादा जो है देखभाल करती, मतलब जो मेरी दादी जी हैं वो जो है साड़ी काफ़ी ज़्यादा जो है देखभाल करती हैं, ठीक है। मेरी दादी जी जो है काफ़ी ज़्यादा देखभाल करते ने। शी इज़ वेरी केयरिंग। हाँ जी लास्ट है आई डैश हर डैश मच। इत्थे बच्चों असी दो जो है फिल करने हैं, फिल इन द ब्लैंक्स। तो इत्थे असी देख सकते हाँ साढ़े कोल ऑप्शंस है, एक तो वेरी है तो एक लव है। देखो 65 वाला असी फिल कर दिता है, स्टोरीज वाला असी फिल कर दिता है, केयरिंग वाला असी फिल कर दिता है। हुण एक तो लव रह गया है तो एक वेरी रह गया है, ठीक है। लव हुंदा है प्यार ते वेरी हुंदा है काफ़ी ज़्यादा, बहुत ज़्यादा, ठीक है, काफ़ी सारा। हाँ जी फिफ्थ जो फिल इन द ब्लैंक है इस है आई डैश यानी कि आई लव, मैं प्यार करता हाँ, ठीक है। हर यानी कि मेरी दादी जी नूं, ते वेरी मच मीनस कि बहुत ज़्यादा, मैं अपनी दादी जी नूं जो है बहुत ज़्यादा जो है प्यार करता हाँ। आई लव हर वेरी मच, जड़ा पहले वाला फिफ्थ वाला जो फिल इन द ब्लैंक है उहदे विच असी लव जो है फिल करांगे। इत्थे असी लिखांगे लव, LOVE लव, ते अगले वाले दे विच असी लिखांगे वेरी, VER वेरी। लव हुंदा है प्यार ते वेरी हुंदा है बच्चों काफ़ी ज़्यादा। आई लव हर यानी कि मैं अपनी दादी जी नूं प्यार करता हाँ। वेरी मच यानी कि बहुत ज़्यादा, मैं अपनी दादी जी नूं बहुत ज़्यादा यानी कि काफ़ी सारा प्यार करता हाँ। क्वेश्चन नंबर 25 देखो जी, ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਗੁੱਡ ਹੈਂਡ ਰਾਈਟਿੰਗ, ਵੀ ਜਦੋਂ ਅਸੀਂ ਇੰਗਲਿਸ਼ ਦਾ ਕੁਐਸਚਨ ਪੇਪਰ ਕਰਨਾ ਹੈ ਤਾਂ ਸਾਡੀ ਜੋ ਰਾਈਟਿੰਗ ਹੈ ਉਹ ਜੋ ਹੈ ਸਾਫ਼ ਸੁਥਰੀ ਜੋ ਹੈ ਹੋਣੀ ਚਾਹੀਦੀ ਹੈ। ਤਾਂ ਗੁੱਡ ਹੈਂਡ ਰਾਈਟਿੰਗ ਦੇ ਤੁਹਾਨੂੰ ਅਲੱਗ ਤੋਂ ਜੋ ਹੈ ਸਪੈਸ਼ਲ 10 ਨੰਬਰ ਮਿਲਣਗੇ। ਤਾਂ ਇਹ ਜੋ ਹੈ ਮੇਰੇ ਬੱਚਿਆਂ ਨੂੰ ਸਭ ਨੂੰ ਜੋ ਹੈ ਇੱਕ ਸੁਜੈਸ਼ਨ ਹੈ, ਸਲਾਹ ਹੈ ਵੀ ਆਪਣੀ ਹੈਂਡ ਰਾਈਟਿੰਗ ਜੋ ਹੈ ਸੁਧਾਰੋ, ਚੰਗਾ ਤੋਂ ਚੰਗਾ ਜੋ ਹੈ ਸਾਫ਼ ਸੁਥਰਾ ਜੋ ਹੈ ਲਿਖਣ ਦੀ ਜੋ ਹੈ ਕੋਸ਼ਿਸ਼ ਕਰੋ, ਕਿਉਂਕਿ ਗੁੱਡ ਹੈਂਡ ਰਾਈਟਿੰਗ ਦੇ ਯਾਨੀ ਕਿ ਸਾਫ਼ ਸੁਥਰੀ ਰਾਈਟਿੰਗ ਦੇ ਜੋ ਹੈ ਤੁਹਾਨੂੰ ਅਲੱਗ ਤੋਂ ਜੋ ਹੈ 10 ਨੰਬਰ ਮਿਲਣਗੇ, ਠੀਕ ਹੈ। ਤਾਂ ਆਪਣੀ ਜੋ ਹੈਂਡ ਰਾਈਟਿੰਗ ਹੈ एग्जाम ਦੇ ਵਿੱਚ ਸਾਫ਼ जो है मतलब क्लीन जो है एग्जाम अटैम्प्ट करो, साफ सुथरी राइटिंग के नाल गुड हैंड राइटिंग दे विच अपना जो है एग्जाम जो है अटैम्प्ट करना ते चंगे नंबरां नाल जो है पास होना।